ਤਾਰਿਆ ਜਹਾਨ, ਲਹਿਆ ਅਭਮਾਨ। ਜਿਨੀ ਦਰਸ਼ਨ ਪਾਇਆ, ਜਿਨੀ ਤੁਧਨੂੰ ਧਨ ਕਿਆ। ਤਿਨ ਜਮ ਨੇੜ ਨ ਆਇਆ, ਬਾਝੋਂ ਗੁਰੂ ਗੁਬਾਰ ਹੈ। ਖੈ ਖੈ ਮਰਦੇ ਬਹੁ ਬਿਦਲੋਆ, ਬਾਝੋਂ ਗੁਰੂ ਗੁਬਾਰ ਹੈ। ਖੈ ਖੈ ਮਰਦੇ ਬਹੁ ਬਿਦਲੋਆ, ਵਰਤਿਆ ਪਾਪ ਜਗਤਰ ਤੇ। ਧਰਮ ਉਡੀਨਾ ਨਿਸ ਦਿਨ ਰੋਆ, ਬਾਜ ਦਇਆ ਬਲਹੀਨ ਹੋਏ। ਨਿਗਰ ਚਲੋ ਰਸਾਤ ਲਟੋਆ, ਥੰਮੇ ਕੋਏ ਨ ਸਾਧ ਬਿਨ। ਸਾਧ ਨ ਦਿਸੇ ਜਗ ਤੇ ਕੋਆ, ਧਰਮ ਧੌਲ ਪੁਕਾਰੇ ਤਲੇ ਖੜੋਆ। ਧਰਮ ਧੌਲ ਪੁਕਾਰੇ ਤਲੇ ਖੜੋਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੀ ਸਾਧ ਸੰਗਤ ਜੀ, ਜਾਰ ਪੀਰ ਜਗਤ ਗੁਰ ਬਾਬਾ। ਇੰਦਰਾਸਨ ਅਪਸ਼ਰਾਂ, ਰਾਗ ਰਾਗਨੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ, ਕਲ ਤਾਰਨ ਗੁਰੂ ਨਾਨਕ ਆਇਆ। ਕਲ ਜੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਨਾਇਆ। ਕਲ ਤਾਰਨ ਗੁਰੂ ਨਾਨਕ ਆਇਆ। ਜਗਤ ਗੁਰੂ ਸ਼੍ਰੀ ਗੁਰੂ ਨਾਮਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਕੱਲ 19 ਤਰੀਕ ਨੂੰ ਪ੍ਰਕਾਸ਼ ਦਿਹਾੜਾ ਲੰਘਿਆ। ਸੰਗਤਾਂ ਮਨਾ ਰਹੀਆਂ ਨੇ ਤੇ ਸੰਗਤਾਂ ਨੇ ਮਨਾਇਆ ਵੀ ਆ। ਉਹਨਾਂ ਦੀ ਜੀਵਨ ਵਿੱਚੋਂ ਕੁਝ ਗੱਲਾਂ ਲੈ ਕੇ ਆਪ ਦੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਔਰ ਅਸੀਂ ਇੱਕ ਤੁਕ ਸੁਣਦੇ ਹਾਂ ਲੋਕ ਭਾਈ ਗੁਰਦਾਸ ਜੀ ਦੀ, ਕਿ ਸੁਣੀ ਪੁਕਾਰ ਦਤਾਰ ਪ੍ਰਭ। ਪ੍ਰਭੂ ਨੇ, ਪਰਮੇਸ਼ਰ ਨੇ ਪੁਕਾਰ ਸੁਣੀ। ਕਿਸ ਦੀ ਸੁਣੀ? ਕੁਝ ਲੋਕ ਕਹਿੰਦੇ ਨੇ ਕਿ ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ। ਧਰਤੀ ਨੇ ਪੁਕਾਰ ਕੀਤੀ ਆ। ਤੇ ਪਰਮੇਸ਼ਰ ਨੇ ਸੁਣ ਲਈ ਹੈ। ਧੀਰਕ ਦੇਵੇ ਸਹਿਜ ਸਮਾਏ। ਪਰ ਇਹ ਜਿਹੜੀ ਗੱਲ ਵਾ ਨਾ, ਇਹ ਉਸ ਸਮੇਂ ਦੀ ਹੈ ਵੀ ਕਲਮਲ ਹੋਈ ਮੇਦਨੀ, ਜਦੋਂ ਬਹੁਤ ਔੜ ਲੱਗ ਗਈ, ਧਰਤੀ ਬਹੁਤ ਗਰਮ ਹੋ ਗਈ ਤੇ ਜੀ ਜੰਤ ਕਰਲਾਉਣ ਲੱਗ ਪਏ ਨਾ, ਮੀਂਹ ਤੋਂ ਬਿਨਾਂ, ਵਰਖਾ ਤੋਂ ਬਿਨਾਂ। ਉਦੋਂ ਫਿਰ ਧਰਤੀ ਨੇ ਪੁਕਾਰ ਕੀਤੀ। ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ। ਜਿੰਨਾ ਚਿਰ ਲਿਵ ਨਹੀਂ ਨਾ ਲੱਗਦੀ, ਸੁਰਤੀ ਨਹੀਂ ਨਾ ਜੁੜਦੀ, ਉਹਨਾਂ ਚਿਰ ਅਰਦਾਸ ਸੁਣਦਾ ਕੋਈ ਨਹੀਂ ਹੈ। ਬਸ ਇਉਂ ਕਹਿ ਲਓ। ਧੀਰਜ ਦੇਵੇ ਸਹਿਜ ਸੁਭਾਏ। ਫਿਰ ਉਹਨੇ ਜਦੋਂ ਸੁਣੀ ਤੇ ਫਿਰ ਧੀਰਜ ਦਿੱਤੀ ਤੇ ਧਰਤੀ ਨੇ ਆਖਿਆ ਵੀ ਤੇਰਾ ਮਸਲਾ ਹੱਲ ਹੋ ਜਾਊਗਾ। ਧਰਤੀ ਨੂੰ ਆਖਿਆ ਪਰਮੇਸ਼ਰ ਨੇ, ਤੇਰਾ ਮਸਲਾ ਹੱਲ ਹੋ ਜਾਊਗਾ। ਮਸਲਾ ਸੀ ਕਿ ਔੜ ਲੱਗ ਗਈ ਹੈ। ਤੇ ਇੰਦਰੇ ਨੂੰ ਫਰਮਾਇਆ, ਮੀਂਹ ਉੱਠਾ ਸ਼ਹਿਬਰ ਲਾਏ। ਫਿਰ ਰੱਬ ਤੇਰੇ ਭਾਣੇ ਸਾਹਮਣੇ ਆਇਆ, ਮੈਂ ਸਤ ਕਾ ਹੱਲ ਜੋ ਆਇਆ।
ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਪਰਮੇਸ਼ਰ ਨੇ ਬੱਦਲ ਨੂੰ ਹੁਕਮ ਲਾ ਦਿੱਤਾ ਵੀ ਧਰਤੀ ਪੁਕਾਰ ਕਰਦੀ ਆ, ਅਰਦਾਸ ਕਰੇ ਲਿਵ ਲਾਏ। ਤੇ ਬੱਦਲ ਆ ਗਿਆ ਤੇ ਮੀਂਹ ਪੈ ਗਿਆ ਤੇ ਉਹ ਜਿਹੜੀ ਮੁਸ਼ਕਲ ਸੀ ਹੱਲ ਹੋ ਗਈ ਧਰਤੀ ਦੀ। ਪਰ ਜਿਹੜੀ ਭਾਈ ਗੁਰਦਾਸ ਜੀ ਉਹਨਾਂ ਲਿਖੀ ਹੈ ਕਿ ਸੁਣੀ ਪੁਕਾਰ, ਕਿਹਦੀ ਸੁਣੀ? ਦਤਾਰ ਪ੍ਰਭ ਪਰਮੇਸ਼ਰ ਨੇ ਪੁਕਾਰ ਸੁਣੀ ਹੈ, ਕਿਸ ਦੀ ਸੁਣੀ ਹੈ? ਇੱਥੇ ਲੋਕੀ ਥੋੜ੍ਹਾ ਜਿਹਾ ਚੱਕਰਾਂ 'ਚ ਪੈ ਜਾਂਦੇ ਨੇ, ਕਿਉਂਕਿ ਅੱਗੇ ਲਿਖਿਆ ਨਹੀਂ ਗਿਆ ਕਿਸ ਨੇ ਕੀਤੀ ਅਰਦਾਸ ਤੇ ਕਿਸ ਦੀ ਸੁਣੀ ਗਈ। ਇੱਥੋਂ ਮੁਸ਼ਕਿਲ ਖੜੀ ਹੁੰਦੀ ਹੈ। ਆਪੋ ਆਪਣੀ ਫਿਰ ਆਪ ਆਪਣੀ ਬੁੱਧ ਹੈ ਜੇਤੀ, ਉਸ ਤਰ੍ਹਾਂ ਦੀ ਲੋਕਾਂ ਨੂੰ ਵਿਆਖਿਆ ਕਰਕੇ ਹੀ ਸੁਣਾ ਦਿੰਦੇ ਆ ਕਿ ਧਰਤੀ ਨੇ ਆਖਿਆ ਮੇਰੇ ਤੇ ਭਾਰੀ ਪੂਏ ਕਿਰਤ ਕਾਣ ਮੰਦੀ ਹੂੰ ਮੰਦੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ। ਇਸ ਤੁਕ ਦੀ ਵਿਆਖਿਆ ਕਰ ਦਿੰਦੇ ਨੇ ਵੀ ਆਹ ਮੁਸ਼ਕਲ ਸੀ। ਪਰ ਨਹੀਂ, ਜਦੋਂ ਅਸੀਂ ਇਹ ਤੁਕ ਪੜ੍ਹਦੇ ਆ ਨਾ ਕਿ ਸੁਣੀ ਪੁਕਾਰ, ਕੋਈ ਦੁਖੀ ਹੋਇਆ ਬੰਦਾ ਪੁਕਾਰ ਕਰਦਾ ਹੈ, ਉਹ ਰਾਜੇ ਕੋ ਜਾ ਕੇ ਪੁਕਾਰ ਕਰਦਾ ਹੈ, ਰੋਗੀ ਬੰਦਾ ਵੈਦ ਕੋ ਪੁਕਾਰ ਕਰਦਾ ਹੈ, ਕੰਗਾਲ ਬੰਦਾ ਅਮੀਰ ਅੱਗੇ ਜਾ ਕੇ ਪੁਕਾਰ ਕਰਦਾ ਹੈ। ਕਈ ਤਰ੍ਹਾਂ ਦੀਆਂ ਪ੍ਰਕਾਰਾਂ ਨੇ। ਤੇ ਜਦੋਂ ਪੁਕਾਰ ਉਹ ਕਰਦਾ ਜਿਹਨੂੰ ਕੋਈ ਮੁਸ਼ਕਲ ਹੋਵੇ, ਗਰੀਬ ਨੂੰ ਮੁਸ਼ਕਲ ਆ, ਰੋਟੀ ਨਹੀਂ ਹੈ, ਉਹ ਅਮੀਰ ਦੇ ਬੂਹੇ ਅੱਗੇ ਜਾ ਕੇ ਪੁਕਾਰ ਕਰਦਾ ਮੈਨੂੰ ਰੋਟੀ ਦਿਓ। ਰੋਗੀ ਨੂੰ ਰੋਗ ਸਤਾ ਰਿਹਾ, ਉਹ ਵੈਦ ਨੂੰ ਪੁਕਾਰ ਕਰਦਾ ਕਿ ਮੇਰਾ ਰੋਗ ਹਟਾਓ। ਤੇ ਰਾਜੇ ਅੱਗੇ ਲੋਕੀ ਜਾ ਕੇ ਪੁਕਾਰਾਂ ਕਰਦੇ ਨੇ ਕਿ ਸਾਨੂੰ ਨਿਆਂ ਦਿਓ। ਆ ਹੋਇਆ ਨਾ ਹੁਣ ਕੱਲ ਨਿਆਂ ਹੋਇਆ, 100 ਗੰਢੇ ਵੀ ਖਾਧੇ ਤੇ 100 ਜੁੱਤੀਆਂ ਵੀ ਖਾਧੀਆਂ। ਤੇ ਜੇ ਪਹਿਲੋਂ ਮੰਨ ਜਾਂਦੇ ਤੇ ਨਾ ਗੰਢੇ ਖਾਣੇ ਪੈਂਦੇ ਤੇ ਨਾ ਜੁੱਤੀਆਂ ਖਾਣੀਆਂ ਪੈਂਦੀਆਂ। ਸਾਰੀ ਧਰਤੀ ਤੇ ਕੁੱਤੇ ਖਾਣੀ ਕਰਾਈ, 100 ਜੁੱਤੀਆਂ ਵੀ ਖਾ ਲਈਆਂ। ਕਿਸੇ ਨੇ ਆਖਿਆ ਵੀ 100 ਜੁੱਤੀਆਂ ਖਾਣੀਆਂ ਕਿ 100 ਗੰਢੇ ਖਾਣੇ ਹੈ? ਕਹਿੰਦਾ ਜੁੱਤੀਆਂ ਖਾਣੀਆਂ ਤੇ ਮੁਸ਼ਕਿਲ ਆ, 100 ਗੰਢੇ ਖਾ ਲੈਣੇ। ਹੁਣ 100 ਗੰਢਾ ਖਾਣਾ ਕਿਹੜਾ ਸੌਖਾ, ਖਾਧੇ ਨਾ ਗਏ। ਫਿਰ ਕਹਿੰਦਾ ਚੱਲ 100 ਜੁੱਤੀਆਂ ਖਾ ਲੈਣੇ, ਉਹ ਵੀ ਨਾ ਖਾਧੀਆਂ ਗਈਆਂ। ਇਹ ਮੋਦੀ ਨੇ 100 ਜੁੱਤੀਆਂ ਵੀ ਖਾ ਲਈਆਂ ਤੇ 100 ਗੰਢੇ ਵੀ ਖਾ ਲਏ। ਕਰੋੜਾਂ ਅਰਬਾਂ ਰੁਪਈਆ ਦੇਸ਼ ਦਾ ਬਰਬਾਦ ਕਰਕੇ ਤੇ ਹੁਣ ਇਹਨੂੰ ਅਕਲ ਆਈ। ਖੈਰ ਰੱਬ ਖੈਰ ਕਰੇ। ਸਾਡਾ ਇਹ ਨਿਸ਼ਾਨਾ ਨਹੀਂ, ਇਹ ਸਾਡਾ ਸੁਣੀ ਪੁਕਾਰ। ਪੁਕਾਰ ਬੰਦਾ ਉਹ ਕਰਦਾ ਜਿਹਨੂੰ ਕੋਈ ਮੁਸ਼ਕਲ ਹੋਵੇ। ਜਦੋਂ ਬੱਚੇ ਨੂੰ ਭੁੱਖ ਲੱਗਦੀ, ਉਹ ਮਾਂ ਨੂੰ ਪੁਕਾਰ ਕਰਦਾ ਹੈ, ਰੋਂਦਾ ਹੈ, ਦੁੱਖ ਫਿਰ ਦੁੱਧ ਦਿੰਦੀ ਮਾਂ। ਜਦੋਂ ਕਿਸੇ ਨੂੰ ਨਿਆਂ ਨਾ ਮਿਲੇ, ਉਹ ਕੋਰਟ ਕਚਹਿਰੀਆਂ 'ਚ ਜਾ ਕੇ ਫਿਰ ਨਿਆਂ ਮੰਗਦਾ, ਪੁਕਾਰ ਕਰਦਾ ਕਿ ਮੇਰੇ ਨਾਲ ਬੇਇਨਸਾਫੀ ਹੋ ਗਈ ਹੈ। ਪਰ ਇੱਥੇ ਜਿਹੜੀ ਭਾਈ ਗੁਰਦਾਸ ਨੇ ਲਿਖਿਆ ਨਾ ਕਿ ਸੁਣੀ ਪੁਕਾਰ, ਕਿਸ ਦੀ ਸੁਣੀ? ਪੁਕਾਰ ਕਿਸ ਨੇ ਕੀਤੀ ਹੈ? ਜਿੱਦਾਂ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਕਰਤਾ ਤੂੰ ਮੇਰਾ ਜਜਮਾਨ। ਜਜਮਾਨ ਉਸ ਨੂੰ ਕਹਿੰਦੇ ਨੇ ਜਿਹਦੇ ਕੋਲ ਕੁਛ ਮੰਗਿਆ ਜਾਵੇ, ਜਿਹਦੇ ਕੋਲ ਕੁਛ ਲਿਆ ਜਾਵੇ। ਤੇ ਗੁਰੂ ਨਾਨਕ ਸਿੰਘ ਦੇ ਪਰਮੇਸ਼ਰ ਤੂੰ, ਮੈਂ ਤੇਰੇ ਕੋਲ ਮੰਗਦਾ ਹੈ ਕੁਛ, ਮੈਂ ਤੇਰੇ ਅੱਗੇ ਕੋਈ ਪੁਕਾਰ ਕਰਦਾ ਹੈ। 4 ਪੁਕਾਰੇ, ਇੱਕ ਇਹ ਵੀ ਅਰਥ ਹੈ ਕਿ ਕਿਸੇ ਪੰਡਤ ਨੂੰ ਕਹਿ ਰਹੇ, ਬ੍ਰਾਹਮਣ ਨੂੰ ਕਹਿ ਰਹੇ ਨੇ ਗੁਰੂ ਅਰਜਨ ਦੇਵ ਜੀ, ਤੂੰ ਵੇਦਾਂ ਨੂੰ ਤੇ ਪੁਕਾਰਦਾ ਹੈ ਪਰ ਮੰਨਦਾ ਨਹੀਂ ਹੈ। ਅੱਜ ਬਾਬੇ ਦੇ ਗੁਰਪੁਰਬ ਨੂੰ ਮਨਾਉਂਦੇ ਨੇ ਪਰ ਮੰਨਦੇ ਨਹੀਂ ਹੈ। ਮੁਸ਼ਕਲ ਇੱਥੋਂ ਖੜੀ ਹੋ ਜਾਂਦੀ ਹੈ। ਕੱਲ ਪਟਾਕੇ ਵੀ ਚਲਾਏ, ਭੰਗੜੇ ਵੀ ਪਾਏ, ਖਰਮਸਤੀਆਂ ਕੀਤੀਆਂ ਧਰਮ ਦੇ ਨਾਂ ਤੇ। ਧਰਮ ਦੀ ਦੁਰਦਸ਼ਾ ਇੱਦਾਂ ਹੁੰਦੀ ਹੈ, ਜਦੋਂ ਧਰਮ ਦੇ ਨਾਂ ਤੇ ਕੋਈ ਪਟਾਕੇ ਚਲਾਵੇ, ਨੱਚੇ,
ਉਹਨੂੰ ਕਹਿੰਦੇ ਨੇ ਇਹ ਧਰਮ ਨਹੀਂ ਕਮਾ ਰਹੇ, ਧਰਮ ਨੂੰ ਬਰਬਾਦ ਕਰ ਰਹੇ ਨੇ ਤੇ ਖਰਮਸਤੀਆਂ ਕਰ ਰਹੇ ਨੇ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ 4 ਪੁਕਾਰੇ ਕਰੀ ਸੁਣੀ ਪੁਕਾਰ ਦਤਾਰ ਪ੍ਰਭ। ਪੁਕਾਰ ਦਾ ਮਤਲਬ ਹੈ ਬੇਨਤੀ, ਤਰਲਾ। ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਕਿਸੇ ਨੇ ਪੁਕਾਰ ਕੀਤੀ ਆ ਤੇ ਉਸ ਪੁਕਾਰ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਧਰਤੀ ਤੇ ਆ ਗਏ। ਜਿੱਦਾਂ ਨਹੀਂ ਕਹਿੰਦੇ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਸਿਮਰਤ ਵੇਦ ਪੁਰਾਣ ਪੁਕਾਰਨ। ਬੰਦਿਆ ਤੈਨੂੰ ਪੁਕਾਰ ਪੁਕਾਰ ਕੇ ਉੱਚੀ ਆਵਾਜ਼ ਵਿੱਚ ਕੁਝ ਕਹਿ ਰਹੀਆਂ ਨੇ। ਅਸੀਂ ਕਹਿੰਦੇ ਸਾਡੀ ਪੁਕਾਰ ਕੋਈ ਸੁਣੇ ਤੇ ਮਹਾਂਪੁਰਖ ਕਹਿੰਦੇ ਬੰਦਿਆ ਤੂੰ ਕਿਸੇ ਦੀ ਪੁਕਾਰ ਤਾਂ ਸੁਣਦਾ ਹੀ ਨਹੀਂ ਆ, ਤੂੰ ਨਹੀਂ ਸੁਣਦਾ ਪੁਕਾਰ। ਪੱਤਣ ਕੂਕੇ ਪਾਤਣੀ। ਪੱਤਣ ਉੱਤੇ ਮਲਾਹ ਖਲੋਤਾ ਹੋਇਆ ਰੌਲਾ ਪਾ ਰਿਹਾ, ਪੁਕਾਰਾਂ ਕਰ ਰਿਹਾ ਵੀ ਜਿਹਨੇ ਪਾਰ ਜਾਣਾ ਬਹਿ ਜਾਓ। ਪੱਤਣ ਕੂਕੇ ਪਾਤਣੀ ਵੰਜੋ ਤਰਕ ਵਿਲਾੜ। ਪਾਰ ਪਵੰਦੇ ਡਿਠ ਮੈਂ ਸਤਿਗੁਰ ਬੋਹਿਤ ਚਾੜ। ਗੁਰੂ ਪੁਕਾਰ ਪੁਕਾਰ ਕੇ ਕਹਿ ਰਿਹਾ ਸਿੱਖਾ ਗੁਰਦੁਆਰੇ ਆ। ਗੁਰੂ ਪੁਕਾਰ ਪੁਕਾਰ ਕੇ ਕਹਿ ਰਿਹਾ ਤੂੰ ਸੰਗਤ ਵਿੱਚ ਬੈਠ। ਗੁਰੂ ਪੁਕਾਰ ਪੁਕਾਰ ਕਹਿ ਰਿਹਾ ਕਿ ਤੂੰ ਨਾਮ ਜਪ ਪਰਮੇਸ਼ਰ ਦਾ, ਅੰਮ੍ਰਿਤ ਵੇਲੇ ਉੱਠ ਤੂੰ। ਪਰ ਬਾਬਾ ਫਰੀਦ ਜੀ ਕਹਿੰਦੇ ਬੰਦੇ ਨਹੀਂ ਪੁਕਾਰਾਂ ਸੁਣਦੇ। ਤੇ ਜਦ ਬੰਦੇ ਨਹੀਂ ਪੁਕਾਰਾਂ ਸੁਣਦੇ ਤਾਂ ਰੱਬ ਕਿਉਂ ਪੁਕਾਰ ਸੁਣੂਗਾ ਫਿਰ। ਜੋ ਸ਼ੈਤਾਨ ਵਜਾਇਆ ਸੇਕਤ ਫੇਰ ਨਿਚਿਤ। ਮਤੀ ਦੇਂਦਿਆ ਨਿਤ। ਜੋ ਸ਼ੈਤਾਨ ਮੰਜਾਇਆ ਸੇਕਤ ਫੇਰੇ ਚਿੱਤ। ਇੱਥੇ ਹੁਣ ਭਾਈ ਗੁਰਦਾਸ ਨੇ ਜਿਹੜੀ ਤੁਕ ਲਿਖੀ ਹੈ ਨਾ ਕਿ ਸੁਣੀ ਪੁਕਾਰ ਦਤਾਰ ਪ੍ਰਭ। ਕਿਸ ਦੀ ਪੁਕਾਰ ਹੈ? ਧਰਤੀ ਦੀ ਆ? ਨਹੀਂ। ਬੰਦਿਆਂ ਦੀ ਆ? ਨਹੀਂ। ਇਹ ਪੁਕਾਰ ਧਰਮ ਦੀ ਆ। ਧਰਮ ਨੇ ਪੁਕਾਰ ਕੀਤੀ ਹੈ, ਧਰਮ ਨੇ ਅਰਦਾਸ ਕੀਤੀ ਹੈ, ਧਰਮ ਨੇ ਬੇਨਤੀ ਕੀਤੀ ਰੱਬ ਅੱਗੇ ਕਿ ਮੇਰੀ ਦੁਰਦਸ਼ਾ ਹੋ ਗਈ ਹੈ। ਜਿੱਦਾਂ ਧਰਤੀ ਤੇ ਮੀਂਹ ਨਾ ਪਵੇ ਤੇ ਧਰਤੀ ਪੁਕਾਰ ਕਰਦੀ ਆ, ਕਲਮਲ ਹੋਈ ਮੇਦਨੀ। ਅਰਦਾਸ ਕਰੇ, ਅਰਦਾਸ ਕਹਿ ਲੋ, ਪੁਕਾਰ ਕਹਿ ਲੋ, ਬੇਨਤੀ ਕਹਿ ਲੋ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪੇ ਮੰਗੋ। ਮੰਗਣਾ ਕਹਿ ਲੋ, ਮੰਗਣਾ ਤਾਂ ਸੱਚ ਇੱਕ, ਜੇ ਸਹਿਬ ਕਰੇ ਕਬੂਲ। ਇੱਥੇ ਹੁਣ ਧਰਮ ਨੇ ਰੱਬ ਨੂੰ ਕੁਛ ਕਿਹਾ ਹੈ ਵੀ ਮੇਰੀ ਦੁਰਦਸ਼ਾ ਹੋ ਗਈ ਹੈ। ਸੁਣੀ ਪੁਕਾਰ ਦਤਾਰ ਪ੍ਰਭ। ਇੱਥੋਂ ਤੱਕ ਹੋਰ ਆ ਵਿਸ਼ਾ ਕਿ ਧਰਮ ਨੇ ਪੁਕਾਰ ਕੀਤੀ ਆ ਕਿ ਮੇਰੀ ਦੁਰਦਸ਼ਾ ਹੋ ਗਈ ਆ ਤੇ ਰੱਬ ਨੇ ਸੁਣ ਲਿਆ। ਫਿਰ ਕੀ ਕਿਹਾ? ਗੁਰੂ ਨਾਨਕ ਜਗ ਮਾਹੇ ਪਠਾਇਆ। ਉਹ ਜਦੋਂ ਅਰਦਾਸ ਕੀਤੀ ਧਰਮ ਨੇ ਤੇ ਰੱਬ ਨੇ ਪੁੱਛਿਆ ਕਿ ਤੈਨੂੰ ਕੀ ਮੁਸ਼ਕਲ ਆ ਗਈ ਧਰਤੀ ਉੱਤੇ ਰਹਿੰਦਿਆ ਹੋਇਆ? ਉਹਨੇ ਆਖਿਆ ਕਿ ਮੈਨੂੰ ਫਿਰਕਿਆਂ 'ਚ ਵੰਡ ਦਿੱਤਾ ਗਿਆ ਹੈ ਧਰਮ ਨੂੰ। ਮੈਂ ਕੱਲ ਵੀ ਇੱਕ ਪੋਸਟ ਪਾਈ ਸੀ, ਸੰਨਿਆਸੀਆਂ ਦੇ 10 ਫਿਰਕੇ ਨੇ ਤੇ ਆਪਸ ਵਿੱਚ ਫਿਰਕੇ ਲੜਦੇ ਨੇ। 12 ਫਿਰਕੇ ਜੋਗੀਆਂ ਦੇ ਨੇ, 12 ਪੰਥ ਰਾਹ ਚਲਾਇਆ, ਉਹ ਵੀ ਲੜਦੇ ਨੇ। 72 ਫਿਰਕੇ ਮੁਸਲਮਾਨਾਂ ਦੇ ਨੇ, ਉਹ ਵੀ ਲੜਦੇ ਨੇ। ਤੇ ਬਾਬਾ ਨਾਨਕ ਜੀ ਦੇ ਤੇ ਫਿਰਕਿਆਂ ਦਾ ਹੁਣ ਪਤਾ ਨਹੀਂ ਲੱਗਣ ਦਿਆ ਕਿੰਨੇ ਕੁ ਫਿਰਕੇ ਨੇ। ਅੱਜ ਸਾਡੀ ਲੜਾਈ ਦਾ ਕਾਰਨ, ਸਾਡੀ ਧਰਮ ਦੀ ਦੁਰਦਸ਼ਾ ਦਾ ਕਾਰਨ ਫਿਰਕੇ ਨਹੀਂ, ਹੋਰ ਕੀ ਨੇ। ਮੈਂ ਤੇ ਅੱਗੇ ਵੀ ਕਹਿਣਾ ਹੁੰਦਾ
ਕਿ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ 250 ਸਾਲ ਦਾ ਸਮਾਂ ਹੈ। ਇੱਕ ਵੀ ਫਿਰਕਾ ਨਹੀਂ ਬਣਿਆ, ਇੱਕ ਵੀ ਪੰਥ ਨਹੀਂ ਬਣਿਆ, ਇੱਕ ਮਾਫ ਕਰਨਾ, ਇੱਕ ਵੀ ਧੜਾ ਨਹੀਂ ਬਣਿਆ 10ਵੇਂ ਪਾਤਸ਼ਾਹ ਤੱਕ। ਇਹ ਜਿੰਨੇ ਧੜੇ ਬਣੇ ਨੇ 10ਵੇਂ ਪਾਤਸ਼ਾਹ ਤੋਂ ਬਾਅਦ ਹੀ ਬਣੇ ਹੋਏ ਨੇ, ਆਪਣੇ ਆਪ ਬਣੇ ਹੋਏ ਨੇ, ਕਿਸੇ ਨੇ ਬਣਾਏ ਹੋਏ ਨਹੀਂ ਹੈ। ਤੇ ਉੱਥੇ ਫਿਰ ਧਰਮ ਨੇ ਆਖਿਆ ਕਿ ਮੈਨੂੰ ਧੜਿਆਂ ਵਿੱਚ ਵੰਡ ਦਿੱਤਾ ਗਿਆ, ਮੇਰੀ ਦੁਰਦਸ਼ਾ ਹੋ ਗਈ ਆ, ਤੇ ਮੇਰੇ ਨਾਂ ਥੱਲੇ ਲੋਕੀ ਲੜਦੇ ਨੇ, ਮੇਰੇ ਨਾਂ ਥੱਲੇ ਮਰਦੇ ਨੇ, ਤੇ ਮੈਨੂੰ ਫਿਰਕਿਆਂ ਵਿੱਚ ਬਰਬਾਦ ਕਰ ਦਿੱਤਾ ਇਹਨਾਂ ਲੋਕਾਂ ਨੇ। ਆਹ ਪੁਕਾਰ ਸੀ। ਭਾਈ ਗੁਰਦਾਸ ਨੇ ਇੱਕ ਗੱਲ ਲਿਖੀ ਆ, ਉਹ ਕਹਿੰਦੇ ਬਾਝੋਂ ਗੁਰੂ ਗੁਬਾਰ ਹੈ, ਇਹ ਫਿਰਕੇ ਕਦੋਂ ਦੂਰ ਹੁੰਦੇ ਨੇ। ਉਹ ਜਿਹੜਾ ਅਸੀਂ ਕਹਿੰਦੇ ਆ ਨਾ ਵੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਅਬਾਰੀ ਧੁੰਦ ਨਹੀਂ ਮਿਟਦੀ, ਇਹ ਤਾਂ ਵੱਧਦੀ ਜਾ ਰਹੀ ਹੈ। ਜਿਹੜੀ ਧੁੰਦ ਧਰਮ ਦੇ ਅੰਦਰ ਵਾ, ਜਿਹੜੇ ਫਿਰਕੇ ਪੈਦਾ ਕਰਦੇ ਨੇ, ਆਹ ਧੁੰਦ ਨੂੰ ਤੁਹਾਨੂੰ ਠੰਡ ਪੈਦਾ ਕਰ ਰਹੀ ਹੈ ਨਾ, ਇਹ ਧਰਮ ਦੇ ਅੰਦਰ ਜਿਹੜੇ ਫਿਰਕੇ ਪੈਦਾ ਹੋ ਜਾਂਦੇ ਨੇ, ਧੜੇ ਪੈਦਾ ਹੋ ਜਾਂਦੇ ਨੇ, ਉਹ ਫਿਰ ਧੁੰਦ ਪੈਦਾ ਕਰਦੇ ਨੇ। ਤੇ ਭਾਈ ਗੁਰਦਾਸ ਜੀ ਲਿਖਦੇ ਨੇ, ਬਾਝੋਂ ਗੁਰੂ ਗੁਬਾਰ ਹੈ, ਖੈ ਖੈ ਮਰਦੇ ਬਹੁ ਬਿਦ ਲੋਵਾਂ। ਹੁਣ ਗਿਆਨ ਕਿਸੇ ਕੋਲ ਨਹੀਂ ਹੈ। ਕਿਸੇ ਨੇ ਆਖਤਾ ਕਿ ਰੱਬ ਮੱਕੇ 'ਚ ਰਹਿੰਦਾ, ਕਿਸੇ ਨੇ ਆਖਤਾ ਰੱਬ ਹਰੀ ਦੇ ਮੰਦਰ 'ਚ ਰਹਿੰਦਾ ਹੈ, ਕਿਸੇ ਨੇ ਆਖਤਾ ਰੱਬ ਕਿੱਥੇ ਰਹਿੰਦਾ, ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅਲੋ ਮੁਕਾਮਾ। ਤੇ ਸਿਆਣੇ ਨੇ ਆਖਿਆ ਨਹੀਂ 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 ਨਹੀਂ, ਦਿਲ ਮੇ ਖੋਜ ਦਿਲੇ ਦਿਲ ਖੋਜੋ, ਇਹੀ ਠੋਰ ਮੁਕਾਮਾ। ਵਰਤਿਆ ਪਾਪ ਜਗਤਰ ਤੇ, ਕਿਸ ਨੇ ਪੁਕਾਰ ਕੀਤੀ। ਵਰਤਿਆ ਪਾਪ ਜਗਤਰ ਤੇ, ਤੌਲ ਅਡੀਨਾ ਨਿਸ ਦਿਨ ਰੋਆ। ਰੋ ਰਿਹਾ ਸੀ ਉਹ, ਧਰਮ ਰੋ ਰਿਹਾ ਸੀ, ਧਰਤੀ ਨਹੀਂ ਸੀ ਰੋ ਰਹੀ। ਧਰਤੀ ਤਾਂ ਰੋਂਦੀ ਜਦੋਂ ਮੀਂਹ ਨਾ ਪਵੇ। ਧਰਮ ਉਦੋਂ ਰੋਂਦਾ ਜਦੋਂ ਲੋਕੀ ਧਰਮ ਦੇ ਕੱਪੜੇ ਪਾ ਕੇ ਧਰਮ ਦੇ ਨਾਂ ਤੇ ਦੰਗੇ ਫਸਾਦ ਤੇ ਫਿਰਕੇ ਪੈਦਾ ਕਰਨ, ਉਦੋਂ ਧਰਮ ਰੋਂਦਾ ਹੈ। ਵਰਤਿਆ ਪਾਵ ਜਗਤਰ ਤੇ, ਧੌਲ ਅਡੀਨਾ ਨਿਸ ਦਿਨ ਰੋਆ। ਉਹ ਰਾਤ ਨੂੰ ਲੋਕੀ ਸੌਂ ਜਾਂਦੇ, ਰਾਤ ਨੂੰ ਧਰਮ ਰੋਂਦਾ ਹੈ, ਰੱਬ ਅੱਗੇ ਰੋਂਦਾ ਹੈ, ਰੱਬ ਨੂੰ ਪ੍ਰਾਰਥਨਾ ਕਰਦਾ ਹੈ। ਇੱਕ ਕਹਾਣੀ ਸੁਣਾਉਂਦੇ ਹੁੰਦੇ ਆ, ਕਿਸੇ ਬੰਦੇ ਨੇ ਇੱਕ ਦਲਿੱਦਰ ਬਣਾਇਆ। ਖੈਰ ਕਹਾਣੀ ਬਹੁਤ ਲੰਮੀ ਵੀ ਨਹੀਂ ਆ। ਤੇ ਉਹ ਬਾਜ਼ਾਰ ਵੇਚਣ ਗਿਆ ਦਲਿੱਦਰ। ਦਲਿੱਦਰ ਦਾ ਕੋਈ ਚਿੱਤਰ ਬਣਾਇਆ, ਮੂਰਤੀ ਬਣਾਈ ਤੇ ਨਾਂ ਰੱਖਤਾ ਇਹਦਾ ਦਲਿੱਦਰ। ਉਹ ਵੇਚਣ ਗਿਆ ਵੀ ਦਲਿੱਦਰ ਲੈ ਲਓ, ਦਲਿੱਦਰ ਲੈ ਲਓ। ਦਲਿੱਦਰ ਕੋਈ ਲੈਂਦਾ ਥੋੜਾ ਹੈ, ਦਲਿੱਦਰ ਆਪਣੇ ਆਪ ਆ ਜਾਂਦਾ, ਲੈਂਦਾ ਥੋੜਾ ਕੋਈ ਦਲਿੱਦਰ। ਉਹ ਕਿਸੇ ਨੇ ਨਾ ਖਰੀਦਿਆ। ਤੇ ਜਿਹੜਾ ਸ਼ਹਿਰ ਦਾ ਰਾਜਾ ਸੀ, ਉਹਦਾ ਅਸੂਲ ਸੀ ਵੀ ਜਿਹੜਾ ਮੇਰੇ ਸ਼ਹਿਰ ਵਿੱਚ ਕੋਈ ਸੌਦਾ ਵੇਚਣ ਆਏ ਤੇ ਉਹਦਾ ਨਾਂ ਵਿਕੇ ਤੇ ਮੇਰੇ ਮਹਿਲਾਂ ਵਿੱਚ ਆਣ ਕੇ ਉਹਦੀ ਕੀਮਤ ਲੈ ਲੇ। ਇਹ ਰਾਜਿਆਂ ਦੇ ਧਰਮ ਹੁੰਦੇ ਸੀ ਪ੍ਰਜਾ ਨੂੰ ਪਾਲਣਾ। ਅੱਜ ਕੱਲ੍ਹ ਨਹੀਂ, ਆਪਣਿਆਂ ਨੂੰ ਰਾਜੇ ਹੁਣ ਆਪਣਿਆਂ ਨੂੰ ਪਾਲਦੇ ਨੇ, ਅਡਾਨੀਆਂ ਬਾਨੀਆਂ ਨੂੰ ਪਾਲਦੇ ਨੇ, ਤੇ ਪ੍ਰਜਾ ਨੂੰ ਨਹੀਂ ਪਾਲਦੇ। ਉਹ ਜਦੋਂ ਨਿਰਾਸ਼ ਹੋ ਗਿਆ ਵਪਾਰੀ, ਉਹਦਾ ਦਲਿੱਦਰ ਵਿਕਿਆ ਨਾ, ਉਹਦੀ ਮੂਰਤੀ ਵਿਕੀ ਨਾ। ਉਹ ਫਿਰ ਸ਼ਾਮਾਂ ਨੂੰ ਰਾਜੇ ਦੇ ਮਹਿਲ 'ਚ ਚਲ ਗਿਆ ਵੀ ਮੈਂ ਤੇਰੇ ਸ਼ਹਿਰ ਵਿੱਚ ਤੁਹਾਡੇ ਦਲਿੱਦਰ ਵੇਚਣਾ ਹੈ, ਕਿਸੇ ਨੇ ਖਰੀਦਿਆ ਨਹੀਂ ਹੈ। ਉਹਨੇ ਕੋਈ ਗੱਲ ਨਹੀਂ, ਮੇਰਾ ਅਸੂਲ ਆ ਵੀ ਜਿਹੜਾ ਮੇਰਾ ਸ਼ਹਿਰ ਵਿੱਚ ਆਵੇ ਤੇ ਉਹਦਾ ਸੌਦਾ ਨਾ ਵਿਕੇ ਤੇ ਮੈਂ ਖਰੀਦ ਲੈਂਦਾ ਹੈ। ਉਹਨੇ ਕੋਈ ਗੱਲ ਨਹੀਂ, ਜਿੰਨੀ ਇਹਦੀ ਕੀਮਤ ਆ ਚਿੱਤਰ ਦੀ, ਤੈਨੂੰ ਮਿਹਨਤ ਲੱਗੀ ਇਹਦੀ, ਮੇਰੇ ਕੋਲ ਲੈ ਲਾ। ਉਹ ਰਾਜੇ ਨੇ ਕਹਿੰਦੇ ਦਲਿੱਦਰ ਖਰੀਦ ਲਿਆ। ਜਦ ਦਲਿੱਦਰ ਖਰੀਦ ਲਿਆ ਤੇ ਫਿਰ ਕਹਿੰਦੇ ਜਦੋਂ ਰਾਜਾ ਰਾਤ ਮਹਿਲਾਂ 'ਚ ਲੰਮੇ ਪਿਆ, ਸੌਣ ਲੱਗਾ ਤੇ ਉਦਮ ਆਇਆ
ਕਹਿਣ ਲੱਗਾ ਜੀ ਰਾਜਾ ਜੀ ਮੈਂ ਫਿਰ ਚੱਲਿਆ ਹੁਣ ਤੁਹਾਡੇ ਮਹਿਲਾਂ 'ਚੋਂ, ਅੱਗੇ ਮੈਂ ਤੁਹਾਡੇ ਮਹਿਲਾਂ 'ਚ ਰਹਿਣਾ ਉਦਮ। ਕਹਿੰਦੇ ਕੀ ਗੱਲ? ਕਹਿੰਦੇ ਜਿੱਥੇ ਦਲਿੱਦਰ ਆ ਜੇ ਮੈਂ ਨਹੀਂ ਰਹਿੰਦਾ। ਅੱਛਾ। ਉਹ ਰਾਜੇ ਨੂੰ ਫਤਿਹ ਬੁਲਾ ਕੇ ਤੁਰ ਗਿਆ, ਨਮਸਕਾਰ ਕਰਕੇ ਤੁਰ ਗਿਆ। ਫਿਰ ਲక్ష్ਮੀ ਆਈ, ਉਹਨੇ ਆਖਿਆ ਫਿਰ ਰਾਜਨ ਮੈਂ ਅੱਗੇ ਤੁਹਾਡੇ ਮਹਿਲਾਂ 'ਚ ਰਹਿੰਦੀ, ਹੁਣ ਮੈਂ ਚੱਲੀ ਹਾਂ। ਉਹਨੇ ਆਖਿਆ ਵੀ ਤੂੰ ਕਿਉਂ ਚੱਲੀ ਹੈ? ਕਹਿਣ ਲੱਗੀ ਜਿੱਥੇ ਦਲਿੱਦਰ ਆ ਜੇ ਉੱਥੇ ਮੈਂ ਨਹੀਂ ਰਹਿੰਦਾ। ਉਹ ਵੀ ਰਾਜੇ ਨੂੰ ਨਮਸਕਾਰ ਕਰਕੇ ਤੁਰ ਗਈ, ਗੇਟੋਂ ਬਾਹਰ ਹੋ ਗਈ। ਪਹਿਲੋਂ ਉੱਥੇ ਉਦਮ ਖਲੋਤਾ ਅਤੇ ਉੱਥੇ ਉਦਮ ਦੇ ਲਾਗੇ ਲక్ష్ਮੀ ਹੁੰਦੀ ਹੈ, ਲక్ష్ਮੀ ਖਲੋਤੀ ਹੋਈ ਹੈ। ਉਹਨੇ ਚਿਰ ਨੂੰ ਧਰਮ ਆ ਗਿਆ। ਕਹਿਣ ਲੱਗਾ ਰਾਜਨ ਅੱਗੇ ਮੈਂ ਤੇਰੇ ਮਹਿਲਾਂ 'ਚ ਰਹਿੰਦਾ ਸਾਂ। ਧਰਮ ਨੇ ਆਖਿਆ ਰਾਜੇ ਨੂੰ ਹੁਣ ਮੈਂ ਤੇਰੇ ਧਰਮਾਂ ਤੋਂ ਬਾਹਰ, ਤੇਰੇ ਮਹਿਲਾਂ ਤੋਂ ਬਾਹਰ ਹੋਣ ਲੱਗਾ ਹੈ। ਉਹਨੇ ਆਖਿਆ ਕੀ ਗੱਲ ਹੋ ਗਈ, ਕੀ ਮੁਸ਼ਕਲ ਆ ਗਈ? ਉਹਨੇ ਆਖਿਆ ਜਿੱਥੇ ਦਲਿੱਦਰ ਹੋਵੇ ਉੱਥੇ ਮੈਂ ਨਹੀਂ ਰਹਿੰਦਾ, ਧਰਮ ਨੇ ਆਖਿਆ, ਕਿਉਂਕਿ ਦਲਿੱਦਰੀ ਬੰਦਾ ਧਰਮ ਨਹੀਂ ਕਮਾ ਸਕਦਾ। ਤੇ ਸੰਤ ਜਨਾ ਮਿਲ ਹਰ ਹਰ ਜਪਿਆ, ਬਿਨ ਸੇ ਆਲਸ ਰੋਗਾ ਜੀਓ। ਆਲਸ ਇੱਕ ਬਹੁਤ ਵੱਡਾ ਰੋਗ ਆ ਤੇ ਇਸ ਰੋਗ ਦੇ ਸਾਰੇ ਮਰੀਜ਼ ਹਾਂ ਆਪਾਂ। ਖਾਸ ਕਰਕੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੈਲਾ ਪੈ ਪੈ ਸੋਇਆ। ਜਦੋਂ ਰੱਬ ਨੂੰ ਜਪਣ ਦਾ, ਰੱਬ ਨੂੰ ਧਿਆਉਣ ਦਾ, ਸੰਗਤ ਵਿੱਚ ਆਉਣ ਦਾ ਸਮਾਂ ਹੋਵੇ ਤੇ ਦਲਿੱਦਰ ਉੱਤੇ ਆਪਣਾ ਪੂਰਾ ਜ਼ੋਰ ਪਾ ਲੈਂਦਾ। ਉਹ ਰਾਜੇ ਨੇ ਫਿਰ ਆਖਿਆ ਉਹਨੂੰ, ਧਰਮ ਨੂੰ, ਵੀ ਤੈਨੂੰ ਤੇ ਮੈਂ ਬਚਾਇਆ ਤੇ ਆਪਣਾ ਧਰਮ ਨਿਭਾਇਆ, ਮੈਂ ਫਰਜ਼ ਨਿਭਾਇਆ ਤੇ ਦਲਿੱਦਰ ਖਰੀਦ ਲਿਆ। ਤੇ ਜੇ ਮੈਂ ਨਾ ਤੈਨੂੰ ਬਚਾਉਂਦਾ ਤੇ ਲੋਕਾਂ ਨੇ ਆਖਣਾ ਧਰਤੀ ਉੱਤੇ ਧਰਮ ਹੀ ਮੁੱਕ ਗਿਆ। ਜੇ ਮੈਂ ਉਹ ਵਪਾਰੀ ਦਾ ਦਲਿੱਦਰ ਨਾ ਖਰੀਦਦਾ ਤੇ ਲੋਕਾਂ ਨੇ ਆਖਣਾ ਸੀ ਧਰਤੀ ਤੋਂ ਧਰਮ ਮੁੱਕ ਗਿਆ। ਤੈਨੂੰ ਤੇ ਮੈਂ ਬਚਾਇਆ ਤੇ ਤੂੰ ਕਿੱਥੇ ਚੱਲਿਆ? ਕਹਿੰਦੇ ਫਿਰ ਧਰਮ ਉੱਥੇ ਰੁਕ ਗਿਆ, ਫਿਰ ਗਿਆ ਨਹੀਂ ਮਹਿਲਾਂ ਤੋਂ ਬਾਹਰ। ਤੇ ਜਦੋਂ ਧਰਮ ਅੰਦਰ ਰਿਹਾ ਤੇ ਉਦਮ ਬਾਹਰ ਖਲੋਤਾ ਸੀ ਮਹਿਲਾਂ ਦੇ, ਡੀਕਣ ਦਿਆ ਸੀ ਉਹ ਵੀ ਧਰਮ ਆਵੇ ਤੇ ਚੱਲੀਏ। ਧਰਮ ਨਾ ਆਇਆ ਤੇ ਧਰਮ ਨੂੰ ਵੇਖ ਕੇ ਫਿਰ ਉਦਮ ਵੀ ਆ ਗਿਆ ਅੰਦਰ ਰਾਜੇ ਦੇ ਮਹਿਲਾਂ 'ਚ। ਤੇ ਉਦਮ ਨੂੰ ਵੇਖ ਕੇ ਲక్ష్ਮੀ ਵੀ ਅੰਦਰ ਆ ਗਈ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਵਰਤਿਆ ਪਾਵ ਜਗਤਰ ਤੇ, ਧਰਮ ਉਡੀਨਾ ਨਿਸ ਦਿਨ ਰੋਆ। ਦਿਨੇ ਰਾਤ ਧਰਮ ਰੋ ਰਿਹਾ ਹੈ। ਤੇ ਕਿਉਂ ਰੋ ਰਿਹਾ ਹੈ? ਬਾਜ ਦਇਆ ਬਲਹੀਣ ਹੋਏ। ਕਹਿਣ ਲੱਗਾ ਮੇਰਾ ਮੈਨੂੰ ਜਿਹੜੀ ਖੁਰਾਕ ਮਿਲਦੀ ਹੈ ਨਾ ਉਹ ਦਇਆ ਵਾ। ਦਇਆ ਧਰਤੀ ਤੋਂ ਮੁੱਕ ਗਈ ਆ ਤੇ ਹੁਣ ਮੈਂ ਜੀਂਦਾ ਨਹੀਂ ਰਹਿ ਸਕਦਾ। ਬਾਜ ਦਇਆ, ਧਰਮ ਦੀ ਜਿਹੜੀ ਖੁਰਾਕ ਆ ਉਹ ਦਇਆ ਵਾ। ਦਇਆ ਤੋਂ ਬਿਨਾਂ ਧਰਮ ਜੀਂਦਾ ਨਹੀਂ ਰਹਿ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਬਾਜ ਦਇਆ ਬਲਹੀਣ ਹੋਏ, ਨਿੱਗਰ ਚਲੋ ਰਸਾਤਲ ਟੋਵਾ। ਜਿੱਥੇ ਦਇਆ ਨਹੀਂ ਹੈ ਉੱਥੇ ਧਰਮ ਨਹੀਂ ਹੈ, ਤੇ ਜਿੱਥੇ ਧਰਮ ਨਹੀਂ ਗਾ ਉਹ ਫਿਰ ਬੰਦਾ ਨਿੱਗਰ ਜਾਂਦਾ ਹੈ, ਟੋਇਆਂ 'ਚ ਡਿੱਗ ਪੈਂਦਾ ਹੈ। ਤੇ ਜੇ ਧਰਮ ਦੀ ਡਾਈਟ ਖੁਰਾਕ ਦਇਆ ਹੈ, ਹਾਂਜੀ, ਤੇ ਧਰਮ ਕਿਹਦੇ ਆਸਰੇ ਚੱਲਦਾ ਹੈ? ਇੱਕ ਤੇ ਦਇਆ ਤੇ ਉਹਦੀ ਖੁਰਾਕ ਹੋ ਗਈ ਆ, ਤੇ ਧਰਮ ਦੇ ਪੈਰ ਕੌਣ ਕਿਹੜੇ ਨੇ? ਇਹ ਬੜੀ ਵੱਡੀ ਗੱਲ ਹੈ। ਅਸੀਂ ਖੁਰਾਕ ਦੇ ਆਸਰੇ ਜੀਂਦੇ ਹਾਂ ਤੇ ਕਾਹਦੇ ਆਸਰੇ ਚੱਲਦੇ ਹਾਂ? ਪੈਰਾਂ ਦੇ ਆਸਰੇ। ਧਰਮ ਜਿਹੜਾ ਵਾ ਉਹ ਦਇਆ ਦੇ ਆਸਰੇ ਜੀਂਦਾ ਹੈ ਤੇ ਸਾਰ ਸੰਗ ਦੇ ਆਸਰੇ ਉਹ ਚੱਲਦਾ ਹੈ। ਤੇ ਭਾਈ ਗੁਰਦਾਸ ਜੀ ਨੇ ਅੱਗੇ ਗੱਲ ਲਿਖੀ ਹੈ,
ਕਿ ਥੰਮੇ ਕੋਈ ਨ ਸਾਧ ਬਿਨ। ਸਾਧੂ ਤੋਂ ਬਿਨਾਂ ਧਰਮ ਚੱਲਦੇ ਨਹੀਂ ਹੈ। ਸਾਧ ਸੰਗਤ ਤੋਂ ਬਿਨਾਂ ਧਰਮ ਚੱਲ ਨਹੀਂ ਸਕਦਾ। ਤੇ ਸੰਗਤ ਵਿੱਚ ਕੋਈ ਆਉਂਦਾ ਨਹੀਂ ਹੈ, ਸਾਧੂਆਂ ਕੋਲ ਬਹਿੰਦਾ ਨਹੀਂ ਹੈ। ਤੇ ਭਾਈ ਗੁਰਦਾਸ ਨੇ ਤੇ ਹੋਰ ਗੱਲ ਲਿਖੀ ਹੋਈ ਹੈ। ਉਹ ਕਹਿੰਦੇ ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੇ ਜੱਗ ਵਿੱਚ ਕੋਆ। ਜਦੋਂ ਬੰਦੇ ਦੇ ਪੈਰ ਨਾ ਹੋਣ ਫਿਰ ਚੱਲਦਾ ਨਹੀਂਗਾ। ਜਦੋਂ ਧਰਤੀ ਤੇ ਸਾਧੂ ਨਾ ਹੋਵੇ ਫਿਰ ਧਰਮ ਨਹੀਂ ਚੱਲਦਾ। ਧਰਮ ਨੂੰ ਸਾਧੂ ਚਲਾਉਂਦੇ ਹੁੰਦੇ ਨੇ। ਇਹ ਹੁਣ ਅੱਜ ਕੱਲ੍ਹ ਦੇ ਜਿਹੜੇ ਸਾਧੂ ਨੇ ਆਪਣੇ ਡੇਰੇ ਤੇ ਚਲਾਉਂਦੇ ਨੇ, ਵੱਡੀਆਂ ਵੱਡੀਆਂ ਕਾਰਾਂ ਤੇ ਚਲਾਉਂਦੇ ਨੇ, ਧਰਮ ਨੂੰ ਨਹੀਂ ਚਲਾਉਂਦੇ। ਕਿਉਂ? ਇਹਨਾਂ ਕੋਲ ਆਪਣੇ ਕੋਲ ਧਰਮ ਨਹੀਂ ਹੈ, ਆਪਣੇ ਕੋਲ ਪੈਰ ਨਹੀਂ ਇਹਨਾਂ ਦੇ। ਤੇ ਅਗਲੀ ਗੱਲ ਉਹਨਾਂ ਨੇ ਅਖੀਰ ਤੇ ਲਿਖੀ ਭਾਈ ਗੁਰਦਾਸ ਜੀ ਉਹਨਾਂ ਨੇ, ਧਰਮ ਤੌਲ ਪੁਕਾਰੇ ਤਲੇ ਖੜੋਆ। ਧਰਤੀ ਜਿਹੜੀ ਆ ਧਰਮ ਦੇ ਆਸਰੇ ਤੇ ਖਲੋਤੀ ਹੋਈ ਆ। ਧਰਤੀ ਧਰਮ ਦੇ ਆਸਰੇ ਤੇ ਖਲੋਤੀ ਹੋਈ ਆ ਤੇ ਧਰਮ ਦਇਆ ਦੇ ਆਸਰੇ ਤੇ ਖਲੋਤਾ ਹੋਇਆ ਵਾ। ਤੇ ਨਾ ਦਇਆ ਰਹੀ ਹੈ ਨਾ ਸਾਧ ਰਿਹਾ ਤੇ ਧਰਮ ਕਿਵੇਂ ਚੱਲੇਗਾ? ਇਸ ਤਰ੍ਹਾਂ ਇਹ ਜਿਹੜੀ ਤੁਕ ਪੜ੍ਹਦੇ ਆ ਨਾ, ਇਹ ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਉਹ ਫਿਰ ਜਦੋਂ ਧਰਮ ਨੇ ਆਖਿਆ ਵੀ ਮੈਨੂੰ ਤੇ ਫਿਰਕਿਆਂ 'ਚ ਵੰਡ ਦਿੱਤਾ ਜੀ, ਮੇਰੇ ਨਾਂ ਤੇ ਲੋਕਾਂ ਨੇ ਝਗੜੇ ਖੜੇ ਕਰ ਦਿੱਤੇ ਜੀ, ਮੇਰੀਆਂ ਵੰਡੀਆਂ ਪਾਤੀਆਂ, ਮੇਰੀ ਦੁਰਦਰਸ਼ਾ ਕੀਤੀ ਆ। ਫਿਰ ਪਰਮੇਸ਼ਰ ਨੇ ਆਪ ਵੀ ਸੋਚਿਆ ਵੀ ਹੁਣ ਮੈਨੂੰ ਜਾਣਾ ਪੈਣਾ ਤਾਂ ਧਰਮ ਬਚਣਾ ਹੈ। ਫਿਰ ਗੁਰੂ ਨਾਨਕ ਜਗ ਮਾਏ ਪਠਾਇਆ। ਉਦੋਂ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਰ ਧਰਤੀ ਤੇ ਆ ਗਏ। ਉਹਨਾਂ ਨੇ ਆਣ ਕੇ ਫਿਰ ਧਰਮੀ ਲੋਕਾਂ ਨੂੰ ਫੜਿਆ ਵੀ ਤੁਸੀਂ ਕੀ ਪੈ ਕਮਾਉਂਦੇ ਹੋ, ਤੁਸੀਂ ਕੀ ਪੈ ਕਰਦੇ ਹੋ। ਧਰਮੀਆਂ ਦੇ ਨਾਲ ਬੜੀ ਬੜੀ ਟੱਕਰ ਹੋਈ ਬਾਬੇ ਦੀ, ਕਾਜ਼ੀਆਂ ਦੇ ਨਾਲ, ਪੰਡਤਾਂ ਦੇ ਨਾਲ, ਜੋਗੀਆਂ ਦੇ ਨਾਲ, ਸੰਨਿਆਸੀਆਂ ਦੇ ਨਾਲ, ਤਿਆਗੀਆਂ ਦੇ ਨਾਲ, ਜੈਨੀਆਂ ਦੇ ਨਾਲ, ਸਰੇਵੜਿਆਂ ਦੇ ਨਾਲ, ਦਿਗੰਬਰਾਂ ਦੇ ਨਾਲ, ਸਭ ਨਾਲ ਮਹਾਰਾਜ ਦੀ ਟੱਕਰ ਹੋਈ ਆ। ਤੇ ਮਹਾਰਾਜ ਨੇ ਖਟ ਦਰਸ਼ਨ ਪਖੰਡ ਜਣਾਇਆ। ਮਹਾਰਾਜ ਨੇ ਸਭ ਨੂੰ ਪਖੰਡ ਕਹਿ ਦਿੱਤਾ, ਸਭ ਕੁਝ ਪਖੰਡ ਹੀ ਚੱਲਣ ਦਿਆ। ਧਰਮ ਸਥਾਨਾਂ ਤੇ ਪਖੰਡ ਚੱਲਣ ਦਿਆ, ਧਰਮ ਨਹੀਂ ਚੱਲਦਾ। ਧਰਮ ਸਥਾਨਾਂ ਤੇ ਪਖੰਡ ਚੱਲਦਾ। ਤੇ ਆਓ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਜਦੋਂ 9 ਸਾਲ ਦੇ ਹੋਏ ਨੇ, ਇੱਕ ਸਾਖੀ ਕਹਿ ਕੇ ਗੱਲ ਨੂੰ ਸਮਾਪਤ ਕਰੀਏ। ਜਦੋਂ 9 ਸਾਲ ਦੇ ਹੋਏ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ, ਬਾਕੀ ਆਪਾਂ ਕੱਲ ਚਰਚਾ ਕਰ ਲਈ ਸੀ। ਤੇ ਪਿਤਾ ਨੇ ਸੋਚਿਆ ਵੀ ਇਹਨੂੰ ਜਨੇਊ ਪਾ ਦਿੱਤਾ ਜਾਵੇ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਪਿਤਾ ਇੱਕ ਹਿੰਦੂ ਸਨ। ਗੁਰੂ ਨਾਨਕ ਦੇਵ ਹਿੰਦੂਆਂ ਦੇ ਘਰ ਵਿੱਚ ਉਹਨਾਂ ਦਾ ਪ੍ਰਕਾਸ਼ ਹੁੰਦਾ, ਜਨਮ ਹੁੰਦਾ। ਉਹਨਾਂ ਦੀ ਮਾਤਾ ਹਿੰਦੂ ਨੇ, ਉਹਨਾਂ ਦੇ ਪਿਤਾ ਜੀ ਹਿੰਦੂ ਨੇ। ਤੇ ਕਈ ਆ ਜਿਹੜੇ ਫਿਰਕੇ ਪੈਦਾ ਕਰਨ ਵਾਲੇ ਲੋਕ ਨੇ, ਧਰਮ ਦੇ ਅੰਦਰ ਝਗੜਾ ਪੈਦਾ ਕਰਨ ਵਾਲੇ ਲੋਕ ਨੇ, ਜਿਨ੍ਹਾਂ ਨੇ ਧਰਮ ਦੇ ਨਾਂ ਤੇ ਆਪਣੀਆਂ ਧਰਮ ਕੌਮਾਂ ਨੂੰ ਬਰਬਾਦ ਕੀਤਾ ਤੇ ਕਰ ਰਹੇ ਨੇ। ਬਿਨਾਂ ਵਜ੍ਹਾ ਦੇ ਕਾਰਨ ਇਹ ਧਰਮੀ ਲੋਕ ਕੌਮਾਂ ਮਰਵਾਉਂਦੇ ਨੇ। ਵਜ੍ਹਾ ਕੋਈ ਨਹੀਂ ਹੈ, ਵਜ੍ਹਾ ਹੀ ਕੋਈ ਨਹੀਂ ਹੈ। ਤੇ ਉਹ ਫਿਰ ਜਦੋਂ ਸੋਚਿਆ ਪਿਤਾ ਨੇ ਸੋਚਿਆ ਵੀ ਹੁਣ ਇਹਨਾਂ ਨੂੰ ਹਿੰਦੂ ਰੋਹ ਰੀਤੀ ਮੁਤਾਬਕ ਜਨੇਊ ਪਾ ਦਿੱਤਾ ਜਾਵੇ। ਗੁਰੂ ਨਾਨਕ ਸਾਹਿਬ ਜੀ ਲਿਖਦੇ ਨੇ ਬਾਣੀ ਦੇ ਅੰਦਰ ਕਿ ਹਿੰਦੂ ਕੇ ਘਰ ਹਿੰਦੂ ਆਵੇ। ਗੁਰੂ ਨਾਨਕ ਸਾਹਿਬ ਹਿੰਦੂ ਧਰਮ ਵਿੱਚ ਜੰਮੇ ਸਨ ਤੇ ਜਿਹੜਾ ਜਨੇਊ ਪਾਉਣ ਆਇਆ ਨਾ ਉਹ ਵੀ ਹਿੰਦੂ ਸੀ, ਕਿਉਂਕਿ ਹਿੰਦੂ ਨੂੰ ਜਨੇਊ ਕੇਵਲ ਹਿੰਦੂ ਪਾ ਸਕਦਾ ਹੈ, ਮੌਲਵੀ ਥੋੜ੍ਹਾ ਪਾ ਸਕਦਾ ਹੈ।
ਹਿੰਦੂ ਕੇ ਘਰ ਹਿੰਦੂ ਆਵੇ, ਸੂਤ ਜਨੇਊ ਪੜ੍ਹ ਗਲ ਪਾਏ। ਉਹ ਗਾਇਤਰੀ ਮੰਤਰ ਕੋਈ ਮੰਤਰ ਪੜ੍ਹ ਕੇ ਤੇ ਉਹ ਗਲ ਵਿੱਚ ਪਾ ਦਿੰਦਾ ਹੈ। ਪਰ ਸੂਤ ਪਾਏ ਕਰੇ ਬਰਿਆਈ, ਧਰਮ ਦੇ ਚਿਹਨ ਪਾ ਕੇ, ਧਰਮ ਦੇ ਨਿਸ਼ਾਨ ਪਾ ਕੇ ਸਰੀਰ ਉੱਤੇ, ਫੇਰ ਵੀ ਬੰਦਾ ਕੋਈ ਬਰਿਆਈਆਂ ਕਰੇ। ਸੂਤ ਪਾਏ ਕਰੇ ਬਰਿਆਈ, ਨਾਤਾ ਤੋਤਾ ਥਾਏ ਨਾ ਪਾਈ। ਮਰ ਕਹਿੰਦੇ ਜੇ ਹਿਰਦੇ ਵਿੱਚ ਬਰਿਆਈਆਂ ਨੇ ਤੇ ਇਹ ਜਨੇਊ ਕੀ ਕਰੇਗਾ। ਜੇ ਹਿਰਦੇ ਵਿੱਚ ਈਰਖਾ ਹੈ ਤੇ ਇਹ ਨਹਾਉਣਾ ਧੋਣਾ ਕਿਸ ਅਰਥ ਵਾ ਸਾਡਾ। ਨਾਤਾ ਤੋਤਾ ਥਾਏ ਨਾ ਪਾਈ। ਉਹ ਫਿਰ ਪਿਤਾ ਜੀ ਨੇ ਸੋਚਿਆ ਵੀ ਹੁਣ 9 ਸਾਲ ਦੇ ਹੋ ਗਏ ਨੇ, ਜੱਗੋ ਪਵੀਤ ਕੀਤਾ ਜਾਵੇ। ਤੇ ਇੱਕ ਪਰੰਪਰਾ ਹੁੰਦੀ ਸੀ ਵੀ ਸਾਰੇ ਕੋੜਮੇ ਨੂੰ ਸੱਦਿਆ ਜਾਵੇ ਤੇ ਜਿੱਦਾਂ ਇੱਕ ਵਿਆਹ ਦਾ ਮਾਹੌਲ ਹੁੰਦਾ ਹੈ ਨਾ, ਇਸ ਤਰ੍ਹਾਂ ਦਾ ਮਾਹੌਲ ਸਿਰਜ ਕੇ ਤੇ ਫਿਰ ਬੱਚੇ ਦੇ ਗਲ ਵਿੱਚ ਜਨੇਊ ਪਾ ਦਿੱਤਾ ਜਾਂਦਾ ਸੀ। ਕੋਈ ਬੰਨਾ ਬੱਕਰਾ ਰਿਨ ਖਾਇਆ, ਸਭ ਕੋ ਆਖੇ ਪਾਏ। ਬੱਕਰੇ ਰਿੱਝਦੇ ਹੁੰਦੇ ਸਨ ਜਦੋਂ ਜਨੇਊ ਪਾਇਆ ਜਾਂਦਾ ਸੀ। ਲੋਕ ਕਰਮ ਧਰਮਾਂ ਤੇ ਹੱਤਿਆ ਵਾਲੇ ਪਾਸੇ ਤੁਰ ਗਏ ਨੇ। ਮਹਿਤਾ ਕਲਿਆਣ ਦਾਸ ਜੀ ਨੇ ਸਾਰੇ ਕੋੜਮੇ ਨੂੰ ਸੁਨਾਹ ਭੇਜਿਆ ਵੀ ਅੱਜ ਇੰਨੀ ਤਰੀਕ ਨੂੰ ਜੱਗੋ ਪਵੀਤ ਹੋਣਾ ਹੈ ਤੇ ਤੁਸੀਂ ਆਇਓ ਜੇ। ਤੇ ਬੜੀ ਤਿਆਰੀ ਕੀਤੀ ਗਈ, ਘਰ ਨੂੰ ਸਜਾਇਆ ਗਿਆ, ਬੱਕਰਾ ਸ਼ੱਕਰਾ ਖਰੀਦ ਲਿਆਂਦਾ ਜਿਹੜਾ ਵੱਢਣਾ ਹੈ। ਕੁਟੰਬ ਵੀ ਆ ਗਿਆ। ਅੱਜ ਗੁਰੂ ਨਾਨਕ ਸਾਹਿਬ ਦੇ ਗਲ ਜਨੇਊ ਪੈਣਾ ਹੈ। ਚਾਚੇ ਤਾਏ ਮਾਸੀਆਂ ਮਾਮੇ ਸਾਰੇ ਆਉਣੇ ਸੀ ਨਾ, ਹੁਣ ਜਨੇਊ ਜੂ ਪੈਣਾ ਹੈ। ਇਹ ਬੜੀ ਵੱਡੀ ਗੱਲ ਹੁੰਦੀ ਸੀ ਕਿ ਬੰਦੇ ਨੂੰ ਧਰਮੀ ਬਣਾਇਆ ਜਾਵੇ। ਅੱਜ ਕੱਲ੍ਹ ਹੁਣ ਸਾਡੀ ਹੋੜ ਲੱਗੀ ਕਿ ਵੱਡੇ ਤੋਂ ਵੱਡੇ ਸਕੂਲ 'ਚ ਪਾ ਕੇ ਬੱਚੇ ਨੂੰ ਵਿੱਦਿਆ ਦਿੱਤੀ ਜਾਵੇ। ਇਹ ਵੀ ਠੀਕ ਹੈ, ਪਰ ਬੱਚੇ ਨੂੰ ਧਰਮੀ ਕਿਹਨੇ ਬਣਾਉਣਾ ਹੈ। ਉਹ ਫਿਰ ਜਦੋਂ ਇਹ ਬਹੁਤ ਵੱਡਾ ਇਕੱਠ ਹੋ ਗਿਆ, ਕੋੜਮਾ ਬੈਠਾ ਹੋਇਆ ਵਾ, ਬੱਕਰੇ ਰਿੱਝ ਰਹੇ ਨੇ ਤੇ ਉਹ ਜਨੇਊ ਪਾਉਣ ਵਾਲਾ ਪੰਡਤ ਵੀ ਆ ਗਿਆ। ਹਿੰਦੂ ਕੇ ਘਰ ਹਿੰਦੂ ਆਵੇ, ਸੂਤ ਜਨੇਊ ਪੜ੍ਹ ਗਲ ਪਾਏ। ਪੰਡਤ ਜੀ ਬਹਿ ਗਏ ਨੇ ਵਿਹੜੇ ਵਿੱਚ ਤੇ ਮਸ਼ਾਈ ਕਰ ਦਿੱਤੀ ਗਈ ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਵੀ ਤਿਆਰ ਹੋ ਕੇ ਨਾ ਵਿਹੜੇ 'ਚ ਬਹਿ ਗਏ ਨੇ ਤੇ ਕੋੜਮਾ ਵੀ ਬੈਠ ਗਿਆ। ਸਾਰੇ ਬੈਠੇ ਹੋਏ ਨੇ। ਬਾਬੇ ਦੀ ਵੱਡੀ ਵਡਿਆਈ ਸੀ ਵੀ ਜਦੋਂ ਗੱਲ ਆਪਣੀ ਕਹਿਣੀ ਆ ਨਾ ਤੇ ਇੱਕੇ ਸਮੇਂ ਬਹੁਤ ਲੋਕਾਂ ਨੂੰ ਸਮਝਾਇਆ ਜਾਵੇ। ਪਹਿਲਾਂ ਲੋਕਾਂ ਨੂੰ ਇਕੱਠਿਆਂ ਕੀਤਾ ਜਾਵੇ, ਫਿਰ ਆਪਣੀ ਗੱਲ ਕੀਤੀ ਜਾਵੇ। ਹਰਿਦੁਆਰ ਮੱਕੇ ਉਦੋਂ ਮਹਾਰਾਜ ਜਾਂਦੇ ਸੀ ਜਦੋਂ ਉੱਥੇ ਮੇਲੇ ਲੱਗਦੇ ਸਨ। ਜਿੱਦਾਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਮੇਲਾ ਸੁਣ ਸ਼ਿਵਰਾਤ ਦਾ। ਗੁਰੂ ਨਾਨਕ ਸਾਹਿਬ ਕਰਤਾਰਪੁਰ ਬੈਠੇ ਨੇ ਤੇ ਕਿਸੇ ਨੇ ਆਖਿਆ ਬਾਬਾ ਜੀ ਮੇਲਾ ਆ ਗਿਆ ਅਚਲ ਸਾਹਿਬ ਦਾ। ਸ਼ਿਵਰਾਤਰੀ ਦੇ ਮੌਕੇ ਤੇ ਜੋ ਵੀ ਸ਼ਿਵ ਨੂੰ ਮੰਨਣ ਵਾਲੇ ਜੋਗੀ ਸਨ, ਕਿਉਂਕਿ ਇਹ ਜਿਹੜਾ ਇੱਕ ਤੇ ਗੋਰਖ ਨੂੰ ਮੰਨਣ ਵਾਲੇ ਨੇ, ਇੱਕ ਸ਼ਿਵ ਜੀ ਨੂੰ ਮੰਨਣ ਵਾਲੇ ਨੇ। ਤੇ ਮੇਲਾ ਸੁਣ ਸ਼ਿਵਰਾਤ ਦਾ, ਇਸ ਮੌਕੇ ਦੇ ਉੱਤੇ, ਕਿਉਂਕਿ ਉਹ ਮੰਦਿਰ ਸ਼ਿਵਾਂ ਦਾ ਅਚਲ ਸਾਹਿਬ ਵਾਲੇ ਦਾ, ਅਚਲ ਸਾਹਿਬ ਜਿਹੜਾ, ਤੇ ਉਸ ਮੌਕੇ ਦੇ ਉੱਤੇ ਬਹੁਤ ਭਾਰੀ ਇਕੱਠ ਜੋਗੀਆਂ ਦਾ ਹੁੰਦਾ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਕਿਸੇ ਨੇ ਦੱਸਿਆ ਵੀ ਤੁਹਾਡੇ ਲਾਗੇ ਮੇਲਾ ਲੱਗਣ ਲੱਗਾ ਤੇ ਬਾਬੇ ਨੇ ਆਖਿਆ ਵੀ ਉਦੋਂ ਮੌਕਾ ਵੱਡਾ ਹੋਰ ਕਿਹੜਾ ਹੈ ਗੱਲ ਕਹਿਣ ਦਾ। ਮੇਲੇ ਵਿੱਚ ਤੇ ਸਾਰਾ ਇਲਾਕਾ ਹੀ ਆਉਂਦਾ, ਪਾਪੀ ਵੀ ਆਉਂਦੇ ਨੇ, ਪੁੰਨੀ ਵੀ ਆਉਂਦੇ ਨੇ, ਦਾਨੀ ਵੀ ਆਉਂਦੇ ਨੇ, ਬੇਈਮਾਨ ਵੀ ਆਉਂਦੇ ਨੇ, ਚੋਰੀਆਂ ਕਰਨ ਚੋਰ ਵੀ ਆਉਂਦੇ ਨੇ, ਬੜੇ ਲੋਕ ਆਉਂਦੇ ਨੇ ਮੇਲੇ ਦੇ ਵਿੱਚ। ਤਾਂ ਤੇ ਬਾਬਾ ਚੱਲ ਬਟਾਲੇ ਆਈ, ਉਹ ਫਿਰ ਅਚਲ ਸਾਹਿਬ ਆ ਗਏ। ਇੱਧਰ ਨਹੀਂ ਆਪਾਂ ਜਾਣਾ। ਮੇਰਾ ਮਤਲਬ ਕਹਿੰਦਾ ਸੀ ਵੀ ਗੁਰੂ ਨਾਨਕ ਸਾਹਿਬ ਵੇਖਦੇ ਵੀ ਹੁਣ ਇਸ ਮੌਕੇ ਹਾਜੀ ਹੱਜ ਨੂੰ ਜਾ ਰਹੇ ਨੇ ਤੇ ਬਹੁਤ ਵੱਡਾ ਇਕੱਠ ਮੱਕੇ 'ਚ ਹੋਣਾ, ਤੇ ਹੁਣ
थोड़े समय च बहुती गल कह के आईए, चल मरदानिया मक्के चलीए। तो जदों मेला लगा हरिद्वार तो उत्थे गुरु नानक साहब, जदों मेला लगा उड़ीसा दे विच, अगस्त महीने च मेला लगदा उड़ीसा च, उन्होंने कहते जगन्नाथ दी असवारी, जिहड़ा कोई जगन्नाथ उत्थे हैगा, उन्होंने क्रेन नाल रख के ना ट्रकां ते उहदी रथ यात्रा कढदे ने। जिद्दां साडे सिख भी हुण गुरु ग्रंथ साहिब जी नूं पालकी च रख के ते सड़कां ते तुरे फिरदे ने। ये पता नहीं की करना चाहुंदे ने, की कहना चाहुंदे ने लोकां नूं। ਉਹ ਫਿਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਬੈਠ ਗਏ ਤੇ ਸਾਰੇ ਕੋੜਮਾ ਚਾਏ ਤਾਏ ਚਾਚੇ ਤਾਏ ਆਂਢੀ ਗੁਆਂਢੀ ਸਾਰੇ ਰਿਸ਼ਤੇਦਾਰ ਖੜੇ ਨੇ ਤੇ ਵਿਹੜਾ ਗਾਂ ਭਰਿਆ ਪਿਆ। ਤੇ ਪੰਡਤ ਜੀ ਬਹਿ ਗਏ ਤੇ ਦੋ ਧਾਗਿਆਂ ਵਾਲਾ ਉਹਨੇ ਜਨੇਊ ਆਪਣੇ ਥਾਲ ਵਿੱਚ ਰੱਖਿਆ ਹੈ ਤੇ ਮੰਤਰ ਪੜ੍ਹ ਕੇ ਤੇ ਜਦੋਂ ਜਨੇਊ ਚੁੱਕਿਆ ਥਾਲ ਵਿੱਚੋਂ ਤੇ ਗੁਰੂ ਨਾਨਕ ਸਾਹਿਬ ਦੇ ਗਲ ਪਾਉਣ ਲੱਗੇ ਨਾ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਈ ਇਹ ਕਿਉਂ ਪਾਉਣ ਲੱਗੇ ਜੇ? ਐਡੀ ਵੱਡੀ ਤਿਆਰੀ ਹੋਈ ਆ, ਐਡਾ ਵੱਡਾ ਕੋੜਮਾ ਇਕੱਠਾ ਹੋਇਆ ਹੈ, ਪੰਡਤ ਜੀ ਉਹਨਾਂ ਨੇ ਮੰਤਰ ਵੀ ਪੜ੍ਹ ਲਏ ਨੇ ਤੇ ਸੂਤ ਨੂੰ ਪਵਿੱਤਰ ਵੀ ਕਰ ਲਿਆ ਹੈ ਤੇ ਥਾਲ ਵਿੱਚੋਂ ਫੜ ਵੀ ਲਿਆ। ਤੇ ਥਾਲ ਵਿੱਚੋਂ ਫੜ ਕੇ ਜਦੋਂ ਗਲ ਦੇ ਲਾਗੇ ਗਿਆ, ਸਿਰ ਦੇ ਲਾਗੇ ਗਿਆ, ਸਾਹਿਬ ਕਹਿਣ ਲੱਗੇ ਇਹ ਕਿਉਂ ਪਾਉਣ ਲੱਗੇ ਜੀ? ਖਲੋ ਜੋ, ਖਲੋ ਜੋ। ਤੇ ਸਾਰੇ ਸੁੰਨ ਮੁੰਨ ਨਗਰੀ ਪਈ, ਇਹ ਅਵਸਥਾ ਹੋ ਗਈ, ਸਾਰੇ ਹੈਰਾਨ ਰਹਿ ਗਏ। ਹੈ ਕਹਿਣ ਲੱਗੇ ਪਾਉਣਾ ਨਹੀਂ ਜੇ ਗੱਲ ਵਿੱਚ। ਕਹਿਣ ਲੱਗੇ ਪਾਉਣਾ ਤਾਂ ਹੈ ਵਾ, ਹੈ ਤਾਂ ਪਾਂਡੇ ਘੱਤ, ਪਰ ਪਾਉਣਾ ਕਿਉਂ ਵਾ? ਗੱਲ ਤੇ ਇਹ ਆ, ਜਦੋਂ ਬ੍ਰਾਹਮਣ ਨੇ ਆਖਿਆ ਵੀ ਤੁਸੀਂ ਜਨੇਊ ਪਾਉਣਾ ਨਹੀਂ ਜੇ, ਸਾਹਿਬ ਕਹਿਣ ਲੱਗੇ ਪਾਉਣਾ ਤਾਂ ਹੈ, ਪਰ ਪਾਉਣਾ ਕਿਉਂ ਵਾ? ਇਹਦਾ ਮੈਨੂੰ ਕਾਰਨ ਦੱਸੋ। ਕਹਿਣ ਲੱਗੇ ਤੁਸੀਂ 3 ਧਾਗਿਆਂ ਵਾਲਾ ਪਾਇਆ, ਮੈਨੂੰ 2 ਧਾਗੇ ਪਾਉਣ ਲੱਗੇ ਹੋ, ਇਹਦਾ ਕੀ ਵਜ੍ਹਾ? ਕਿਉਂਕਿ ਭਾਈ ਜਿਹੜਾ ਜਨੇਊ ਆ ਨਾ, ਇਹ ਕਿਸੇ ਗੁਰੂ ਪੀਰ ਦੀ ਦੇਣ ਨਹੀਂ ਹੈ, ਇਹ ਕਿਸੇ ਧਰਮ ਦਾ ਚਿਹਨ ਨਹੀਂ ਹੈ। ਜਿੱਦਾਂ ਸਾਡਾ ਚਿਹਨ ਹੈ ਕਿਰਪਾਨ ਹੈ, ਹਿੰਦੂਆਂ ਦੀ ਉੱਤੇ ਬੋਧੀ ਹੈ, ਮੁਸਲਮਾਨਾਂ ਦਾ ਸੁੰਨਤ ਹੈ, ਈਸਾਈਆਂ ਦਾ ਉਹ ਕ੍ਰਾਈਸ ਜਿਹਾ ਵਾ ਗਲ 'ਚ ਪਾਉਂਦੇ ਨੇ। ਪਰ ਇਹ ਜਿਹੜਾ ਜਨੇਊ ਆ ਨਾ, ਇਹ ਕੋਈ ਧਰਮ ਦਾ ਅੰਗ ਨਹੀਂ ਹੈ, ਧਰਮ ਦਾ ਚਿਹਨ ਨਹੀਂ ਹੈ ਜਨੇਊ। ਇਹ ਤੇ ਇੱਕ ਜਦੋਂ ਪੁਰਾਣੀ ਪਰੰਪਰਾ ਹੁੰਦੀ ਸੀ ਵੀ ਪਤਾ ਲੱਗ ਸਕੇ ਕਿ ਇਹ ਕਿਹੜੀ ਜਾਤ ਨਾਲ ਸੰਬੰਧ ਰੱਖਦਾ ਹੈ ਬੰਦਾ। ਗੱਜ 3.5 ਧੋਤੀਆਂ, ਤੇਰੇ ਪਾਏ ਨੇ ਤੱਗ, ਜਿੰਨੇ 3 ਧਾਗਿਆਂ ਦਾ ਪਾਇਆ ਹੋਵੇ। ਹੁਣ ਚਲੋ ਸਾਡਾ ਤੇ ਗਾਤਰਾ ਹੀ ਚੌੜਾ ਹੁੰਦਾ ਹੈ, ਪਤਲੇ ਪਤਲੇ 3 ਧਾਗੇ ਲੈਣੇ ਨੇ। ਜਿੱਦਾਂ ਕਬੀਰ ਸਾਹਿਬ ਨੇ ਨਹੀਂ ਕਟਾਸ ਖਿੱਚਿਆ ਕਿ ਹਮ ਕਰ ਸੂਤ ਤਨੇ ਨਿਤ ਤਾਣਾ, ਕੰਠ ਜਨੇਊ ਤੁਮਾਰੇ। ਮੇਰੇ ਘਰ ਦਾ ਬਣਿਆ ਹੋਇਆ ਸੂਤ ਤੇ ਤੂੰ ਗਲ ਵਿੱਚ ਪਾ ਕੇ ਮਹਾਨ ਬਣ ਗਿਆ ਹੈ, ਤੇ ਮੈਨੂੰ ਤੂੰ ਨਖਿੱਧ ਪਿਆ ਸਾਬਤ ਕਰਦਾ ਜੇ ਸੂਤ ਤਾਂ ਮੈਂ ਕੱਥਿਆ ਹੋਇਆ ਏ। ਮੇਰੀ ਖੱਡੀ ਤੇ ਕੱਥਿਆ ਹੋਇਆ ਸੂਤ ਤੂੰ ਪਾ ਕੇ ਮਹਾਨ ਬਣ ਗਿਆ ਤੇ ਮੈਨੂੰ ਤੂੰ ਨਖਿੱਧ ਮੰਨਦਾ ਹੈ। ਹਮ ਕਰ ਸੂਤ ਤਨੇ ਨਿਤ ਤਾਣਾ, ਕੰਠ ਜਨੇਊ ਤੁਮਾਰੇ, ਤੁਮ ਤੋਂ ਵੇਦ ਪੜੋ ਗਾਇਤਰੀ ਗੋਬਿੰਦ ਹਿਰਦੇ ਹਮਾਰੇ। ਤੁਸੀਂ ਗਾਇਤਰੀਆਂ ਦਾ ਮੰਤਰ ਪਏ ਜਪਦੇ ਹੋ, ਗ੍ਰੰਥਾਂ ਨੂੰ ਪਏ ਪੜ੍ਹਦੇ ਹੋ, ਤੇ ਜਿਹਦਾ ਇਹ ਮੰਤਰ ਆ ਉਹ ਮੇਰੇ ਹਿਰਦੇ 'ਚ ਰਹਿੰਦਾ ਹੈ। ਇਹੋ ਤਾਂ ਮੁਸ਼ਕਿਲ ਬਣੀ ਹੋਈ ਹੈ ਨਾ। ਤੇ ਜਿਹੜੇ ਉਹਦੀਆਂ ਗੱਲਾਂ ਕਹਿੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਗਾ ਕੌਣ ਵਾ। ਗੱਲਾਂ ਉਹਦੀਆਂ ਕਹੀ ਜਾਂਦੇ ਨੇ, ਪਤਾ ਨਹੀਂ ਹੈ ਕੌਣ ਆ। ਤੇ ਜਿਨ੍ਹਾਂ ਨੂੰ ਪਤਾ ਨਹੀਂ ਗਾ, ਜਦੋਂ ਉਹ ਗੱਲਾਂ ਕਹਿਣਗੇ ਤੇ ਲੋਕੀ ਕਿਰਾਏ ਪੈ ਜਾਣਗੇ। ਉਹ ਕਹਿਣਗੇ ਜੋਤ ਜਗਦੀ ਜੇ ਤੁਹਾਡੇ ਅੰਦਰ।
ਉਹ ਕਹਿਣਗੇ ਅਨ ਤੂਰ ਵੱਜਦਾ ਤੇ ਤੁਹਾਡੇ ਅੰਦਰ 5 ਸ਼ਬਦ ਸੁਣਦੇ ਨੇ। ਸਾਡੀ ਕੌਮ ਦੇ ਮਸਕੀਨ ਸਾਹਿਬ ਨੇ ਕਹਿਤਾ 5 ਸ਼ਬਦ ਵੱਜਦੇ ਨੇ, 5 ਤਰ੍ਹਾਂ ਦੇ ਅੰਦਰ ਆਪਣੇ ਸਾਜ਼ ਵੱਜਦੇ ਨੇ। ਕਿਰਾਏ ਪਾਤਾ ਲੋਕਾਂ ਨੂੰ। नहीं 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 नहीं, तुम तो वेद पढ़ो गैतरी गोबिंद हृदय हमारे। ਇਹ ਫਿਰ ਜਿਹਦੇ ਗਲ ਵਿੱਚ 3 ਧਾਗੇ ਹੋਣ, ਗੱਜ 3.5 ਧੋਤੀਆਂ ਤੇਰੇ ਪਾਏ ਨੇ ਤੱਗ, ਉਹ ਨਿਸ਼ਾਨੀ ਹੁੰਦੀ ਸੀ ਕਿ ਇਹ ਬ੍ਰਾਹਮਣ ਉੱਚੀ ਜਾਤ ਦਾ ਬੰਦਾ, ਇਹਦੇ ਗਲ ਵਿੱਚ 3 ਧਾਗੇ ਨੇ। ਫਿਰ ਮੈਂ ਕਹਿ ਦਿਆਂ ਇਹ ਧਰਮ ਦਾ ਨਿਸ਼ਾਨ ਨਹੀਂ ਆ। ਕਿਸੇ ਵੀ ਨਾ ਸ਼੍ਰੀ ਰਾਮਚੰਦਰ ਜੀ ਨੇ ਆਖਿਆ ਜਨੇਊ ਪਾਓ, ਨਾ ਸ਼੍ਰੀ ਕ੍ਰਿਸ਼ਨ ਜੀ ਨੇ ਆਖਿਆ, ਕਿਸੇ ਨੇ ਨਹੀਂ ਆਖਿਆ। ਇਹ ਸਿਰਫ ਜਦੋਂ ਮਨੁੱਖ ਆਦਿਵਾਸੀ ਜੰਗਲ ਵਾਸੀ ਹੁੰਦਾ ਸੀ ਉਦੋਂ ਪਹਿਚਾਣ ਵਾਸਤੇ ਵੀ ਇਹ ਗਲ 'ਚ ਧਾਗੇ ਪਾਏ ਜਾਂਦੇ ਸਨ। ਹੁਣ ਵੀ ਨਹੀਂ ਗਲਾਂ ਵਿੱਚ ਪੱਠੇ ਪਾ ਦਿੱਤੇ ਜਾਂਦੇ ਕੁੱਤਿਆਂ ਦੇ। ਪੁਰਾਣੇ ਸਮੇਂ ਜਦੋਂ ਦਵਾਈਆਂ ਪਾਉਣ ਆਉਂਦੇ ਸੀ ਪਿੰਡਾਂ 'ਚ, ਉਦੋਂ ਗਲ ਵਿੱਚ ਜਿਹੜੇ ਪਾਲਤੂ ਕੁੱਤੇ ਨੇ ਉਹਨਾਂ ਦੇ ਗਲ ਵਿੱਚ ਕੋਈ ਪਟਾ ਪਾ ਦਿੱਤਾ ਜਾਂਦਾ, ਪਤਾ ਲੱਗ ਜੇ ਵੀ ਪਾਲਤੂ ਕੁੱਤਾ, ਬਾਕੀਆਂ ਨੂੰ ਮਾਰ ਜਾਂਦੇ ਸਨ ਦਵਾਈਆਂ ਪਾ ਕੇ। ਹੁਣ ਕਹਿੰਦੇ ਕੁੱਤਿਆਂ ਨੂੰ ਨਹੀਂ ਮਾਰਨਾ, ਬੰਦਿਆਂ ਨੂੰ ਕੁੱਤੇ ਭਾਵੇਂ ਖਾ ਜਾਣ, ਕੁੱਤਿਆਂ ਨੂੰ ਨਹੀਂ ਕਹਿਣਾ ਕੋ। ਜਿਹਦੇ ਗਲ ਵਿੱਚ 3 ਧਾਗੇ ਨੇ ਉਹ ਬ੍ਰਾਹਮਣ ਹੈ, ਜਿਹਦੇ ਗਲ ਵਿੱਚ 2 ਧਾਗੇ ਨੇ ਉਹ ਛਤਰੀ ਹੈ, ਤੇ ਜਿਹਦੇ ਗਲ ਵਿੱਚ 1 ਧਾਗਾ ਉਹ ਵੈਸ ਵਾ, ਤੇ ਜਿਹਦੇ ਗਲ ਵਿੱਚ ਕੋਈ ਧਾਗਾ ਨਹੀਂ ਹੈ ਉਹ ਸ਼ੂਦਰ ਹੈ। ਇਹ ਮਨੁੱਖ ਨੂੰ ਪਛਾਣਨ ਵਾਸਤੇ ਇਹ ਧਾਗਿਆਂ ਦੀ ਵਰਤੋਂ ਕੀਤੀ ਗਈ। 3 ਧਾਗੇ ਬ੍ਰਾਹਮਣ ਦੇ, 2 ਧਾਗੇ ਛਤਰੀ ਦੇ, 1 ਧਾਗਾ ਵੈਸ ਦਾ, ਤੇ ਸ਼ੂਦਰ ਦੇ ਗਲ ਧਾਗਾ ਹੀ ਕੋਈ ਨਹੀਂ, ਨਿਸ਼ਾਨੀ ਹੈ। ਜਦੋਂ ਇਸ ਤਰ੍ਹਾਂ ਪਾਉਣ ਲੱਗੇ ਗੁਰੂ ਨਾਨਕ ਸਾਹਿਬ ਕਹੇ ਕਿਉਂ ਪਾਉਣ ਲੱਗੇ ਹੋ? ਪਾਉਣਾ ਨਹੀਂ, ਪੰਡਤ ਨੇ ਆਖਿਆ, ਬ੍ਰਾਹਮਣ ਨੇ ਕਹਿਣ ਲੱਗੇ ਪਾ ਤਾਂ ਲਵਾਂਗੇ ਪਰ ਪਾਉਣਾ ਕਿਉਂ ਆ? ਕਹਿਣ ਲੱਗੇ ਇਹਦੇ ਨਾਲ ਪਹਿਚਾਣ ਹੋ ਜਾਂਦੀ ਬੰਦਾ ਕਿਹੜੀ ਜਾਤੀ ਦਾ ਹੈ, ਕਿਹੜੇ ਫਿਰਕੇ ਨਾਲ, ਕਿਹੜੀ ਜਾਤੀ ਦੇ ਨਾਲ, ਗੋਤਰ ਦੇ ਨਾਲ ਸੰਬੰਧ ਰੱਖਦਾ ਹੈ। ਇਹ ਨਿਸ਼ਾਨੀ ਹੈ ਜਨੇਊ। ਤੇ ਸਾਹਿਬ ਕਹਿੰਦੇ ਨੀਚਾ ਅੰਦਰ ਨੀਚ ਜਾਤ, ਜੇ ਸ਼ੂਦਰ ਵਾਸਤੇ ਤੁਹਾਡੇ ਕੋਲ ਜਨੇਊ ਨਹੀਂ ਆ ਤੇ ਮੈਂ ਤਾਂ ਫਿਰ ਉਸ ਜਾਤ ਵਿੱਚੋਂ ਵਾਂ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸਾ। ਮੈਂ ਵੱਡਾ ਨਹੀਂ ਹੈ, ਫੱਕੜ ਜਾਤੀ ਫੱਕੜ ਨਾਉ, ਸਭਨਾ ਜੀਆਂ ਇੱਕਾ ਛਾਉ। ਆਪੋਂ ਜੇ ਕੋ ਭਲਾ ਕਹਾਵੇ ਤਾਂ ਪਤਲ, ਆਪੋਂ ਜੇ ਕੋ ਭਲਾ ਕਹਾਵੇ, ਤੁਸੀਂ ਆਪਣੇ ਆਪ ਵੱਡੇ ਬਣ ਕੇ ਬਹਿ ਗਏ। ਫੱਕੜ ਜਾਤੀ, ਇਹ ਤੁਹਾਡੀਆਂ ਬਣਾਈਆਂ ਹੋਈਆਂ ਜਾਤੀਆਂ ਝੂਠ ਨੇ। ਫੱਕੜ ਨਾਉ, ਇਹਨਾਂ ਦੇ ਫੱਕੜ ਨਾਂ ਵੀ ਦਿੱਤੇ ਹੋਏ ਨੇ ਤੁਸਾਂ, ਇਹ ਸਭ ਝੂਠ ਵਾ। ਕਹਿਣ ਲੱਗੇ ਇਹਦੇ ਨਾਲ ਫਿਰਕੇ ਪੈਦਾ ਹੋਣਗੇ, ਇਹਦੇ ਨਾਲ ਜਾਤ ਅਭਿਮਾਨ ਵਧੇਗਾ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਜਾਤ ਤੇ ਬਹੁਤ ਚੱਲੇ ਵਕਾਰਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੰਡਤ ਜੀ, ਬ੍ਰਾਹਮਣ ਜੀ, ਮੈਂ ਫਿਰਕਿਆਂ ਨੂੰ ਮਿਟਾਉਣ ਆਇਆ ਹੈ, ਮੈਂ ਜਾਤਾਂ ਨੂੰ ਮਿਟਾਉਣ ਆਇਆ ਹੈ। ਤੇ ਜਨੇਊ ਪਾਇਆ ਜੇ ਫਿਰਕੇ ਪੈਦਾ ਹੋਣ ਤੇ ਫਿਰ ਮੈਂ ਜਨੇਊ ਨਹੀਂ ਪਾਉਣਾ। ਤੇ ਉੱਥੇ ਫਿਰ ਜਿਹੜਾ ਉਹਨਾਂ ਨੂੰ ਕਿਹਾ ਸ਼ਬਦ ਮਹਾਰਾਜ ਨੇ, ਉਹ ਅਸੀਂ ਆਸਾ ਦੀ ਵਾਰ 'ਚ ਰੋਜ਼ ਪੜ੍ਹਦੇ ਹਾਂ ਕਿ ਦਇਆ ਕਪਾਹ। ਧਰਮ ਇਹ ਵਡੇਵਿਆਂ ਤੋਂ ਬਣੇ ਜਨੇਊਆਂ ਦੇ ਆਸਰੇ ਨਹੀਂ ਜੇ ਚੱਲਦਾ। ਹਾਂ, ਕਿਉਂ? ਉਹ ਮੋਆ ਜਿੱਦਣ ਬੰਦਾ ਮਰ ਜਾਂਦਾ ਹੈ ਨਾ, ਉਹ ਝੜ ਪਿਆ ਜਨੇਊ ਨਾਲ ਗਿਆ, ਖਤਮ ਹੋ ਗਿਆ। ਵੇ ਧਾਗਾ ਆ ਗਿਆ, ਬਿਨਾਂ ਧਾਗੇ ਤੋਂ ਬੰਦਾ ਅੱਗੇ ਜਾਂਦਾ ਹੈ, ਧਾਗੇ ਨਹੀਂ ਜਾਂਦੇ। ਤੇ ਮੈਂ ਉਹ ਧਾਗਾ ਪਾਉਣਾ ਚਾਹੁੰਦਾ ਜਿਹੜਾ ਇੱਥੇ ਵੀ ਤੇ ਉਹ ਇੱਥੇ ਉੱਥੇ ਆਗੇ ਪਿੱਛੇ, ਉਹ ਮੇਰਾ ਆਧਾਰ। ਮਰ ਕਹਿੰਦੇ ਦਇਆ ਕਪਾਹ, ਵਡੇਵਿਆਂ ਦੀ ਕਪਾਹ ਨਹੀਂ, ਦਇਆ ਦੀ ਕਪਾਹ ਹੋਵੇ। ਸੰਤੋਖ ਸੂਤ,
ਉਸ ਕਪਾਹ ਤੋਂ ਸੰਤੋਖ ਰੂਪੀ ਸੂਤ ਤਿਆਰ ਕੀਤਾ ਜਾਵੇ। ਜਤ ਗੰਢੀ, ਫਿਰ ਉਹ ਧਾਗਿਆਂ ਨੂੰ ਗੰਢਾਂ ਦਿੱਤੀਆਂ ਜਾਂਦੀਆਂ ਸੀ, ਕਿਉਂਕਿ ਧਾਗੇ ਨੂੰ ਇੱਕ ਕਰਨਾ ਹੈ ਤੇ ਗੰਢ ਤਾਂ ਦੇਣੀ ਪੈਣੀ ਹੈ ਨਾ। ਲੰਮੀ ਰੱਸੀ ਨੂੰ ਜੇ ਇੱਕ ਕਰਨਾ ਤਾਂ ਦੋਵੇਂ ਸਿਰੇ ਬੰਨ੍ਹ ਦਿਓ, ਇੱਕ ਹੋ ਜਾਂਦੀ ਸੀ। ਜੇ ਗੰਢ ਦੇਵਾਂਗੇ ਤੇ ਫੇਰ ਗਲ ਵਿੱਚ ਜਨੇਊ ਪਾਉਣਾ, ਜੇ ਉੱਦਾਂ ਹੀ ਧਾਗਾ ਉੱਤੇ ਰੱਖ ਦਈਏ ਮੋਢੇ ਤੇ ਉਹ ਤਾਂ ਡਿੱਗ ਪਊਗਾ। ਉਹਨੂੰ ਗੰਢ ਦਿੱਤੀ ਜਾਂਦੀ ਸੀ। ਜਤ ਗੰਢੀ ਸੱਤ ਵੱਟ, ਉੱਚਾ ਆਚਰਣ ਇਸ ਨੂੰ ਵੱਟ, ਕਿਉਂਕਿ ਜੇ ਵੱਟ ਨਾ ਹੋਵੇ, ਇਹ ਪੁਰਾਣੇ ਬਜ਼ੁਰਗਾਂ ਮਾਈਆਂ ਨੂੰ ਪਤਾ ਹੈ ਵੀ ਜੇ ਸੂਤਰ ਨੂੰ ਵੱਟ ਨਾ ਦਈਏ ਉਹ ਟੁੱਟ ਜਾਂਦਾ ਹੈ। ਜਿੰਨਾ ਵੱਟ ਹੋਏਗਾ ਸੂਤਰ ਨੂੰ ਉਨਾ ਹੀ ਉਹ ਪੱਕਾ ਹੋਏਗਾ। ਪਰ ਕਹਿੰਦੇ ਧਰਮ ਸੰਤੋਖ ਉਨਾ ਹੀ ਪੱਕਾ ਹੋਏਗਾ ਜਿੰਨਾ ਧੌਲ ਧਰਮ ਦਇਆ ਕਪਾਹ ਸੰਤੋਖ ਜਤ ਗੰਢੀ ਸੱਤ। ਸੱਤ ਮਨੇ ਉੱਚਾ ਆਚਰਣ, ਸੱਤ ਵੱਟ, ਸੱਤ ਦਾ ਵੱਟ ਦਿੱਤਾ ਗਿਆ ਹੋਵੇ, ਉੱਚਾ ਆਚਰਣ ਦਾ ਵੱਟ ਹੋਵੇ। ਸੱਤ ਦਾ ਅਰਥ ਦਾਨ ਵੀ ਕਰਦੇ ਨੇ, ਨਹੀਂ, ਇੱਥੇ ਅਰਥ ਹੈ ਉੱਚਾ ਆਚਰਣ। ਏਕਾ ਨਾਰੀ ਜਤੀ ਹੋਏ, ਹਾਂਜੀ, ਪਰ ਨਾਰੀ ਤੀ ਭੈਣ ਵਖਾਣੇ। ਇਹ ਜਨੇਊ ਜੀ ਕਾ, ਇਹ ਸਰੀਰ ਦਾ ਜਨੇਊ ਨਹੀਂ ਆ। ਤੂੰ ਸਰੀਰ ਦਾ ਜਨੇਊ ਲੈ ਕੇ ਤੁਰਿਆ ਫਿਰਦਾ ਹੈ। ਕਿਉਂ? ਤੂੰ ਕਪਾਹ ਤੋਂ ਤਿਆਰ ਕੀਤਾ, ਤੂੰ ਵਡੇਵੇਂ ਤੋਂ ਤਿਆਰ ਕੀਤੀ ਕਪਾਹ, ਕਪਾਹ ਤੋਂ ਫਿਰ ਕੱਤਿਆ ਗਿਆ ਸੂਤ, ਤੇ ਫਿਰ ਉਹਨੂੰ ਦਿੱਤੀਆਂ ਗਈਆਂ ਗੰਢਾਂ। ਇਹ ਸਰੀਰ ਦਾ ਜਨੇਊ ਹੋ ਸਕਦਾ ਹੈ, ਜਿੰਦ ਦਾ ਨਹੀਂ ਹੈ। ਤੇ ਬੰਦਾ ਕੱਲਾ ਸਰੀਰ ਨਹੀਂ ਗਾ, ਬੰਦਾ ਜਿੰਦ ਵੀ ਆ। ਸਰੀਰ ਤਾਂ ਇੱਥੇ ਰਹਿ ਜਾਣਾ ਹੈ। ਇਹ ਪਾਣੀ ਤੋਤੇ ਥਿਰ ਨਾ ਰੋਈ, ਕੱਚਾ ਰੰਗ ਕਸੰਭ ਦਾ, ਮੱਕੇ ਵੀ ਇਹੋ ਬਾਬਾ ਜੀ ਨੇ ਕਿਹਾ ਸੀ ਨਾ। ਇਹ ਜਨੇਊ ਜੀ ਕਾ ਹੈ, ਤੇਰੇ ਕੋ ਹੈ ਦਇਆ, ਮੈਨੂੰ ਦਇਆ ਚਾਹੀਦੀ ਹੈ। ਤੇਰੇ ਕੋ ਹੈ ਸੰਤੋਖ, ਮੈਨੂੰ ਸੰਤੋਖ ਚਾਹੀਦਾ ਹੈ। ਤੇਰੇ ਕੋ ਹੈ ਜਤ ਸਤ, ਮੈਨੂੰ ਉਹ ਚਾਹੀਦਾ ਹੈ। ਤੇਰੇ ਕੋ ਹੈ ਉੱਚਾ ਆਚਰਣ, ਮੈਨੂੰ ਉਹ ਚਾਹੀਦਾ ਹੈ। ਹੈ ਤਾਂ ਪਾਂਡੇ ਘੱਤ ਫਿਰ ਪਾ ਦੇ। ਜੇ ਤੇਰੇ ਕੋ ਹੈ ਹੀ ਨਹੀਂ ਗਾ, ਤੂੰ ਆਪ ਲੋਭੀ ਹੈ, ਤੇਰੇ ਕੋ ਉੱਚਾ ਆਚਰਣ ਨਹੀਂ ਗਾ, ਤੇ ਮੈਨੂੰ ਧਰਮੀ ਕਿਵੇਂ ਤੂੰ ਇੱਕ ਸੂਤ ਪਾ ਕੇ ਕਿਵੇਂ ਬਣਾ ਦੇਗਾ? ਹੈ ਤਾਂ ਪਾਂਡੇ ਘੱਤ ਨਾ ਟੁੱਟੇ। ਤੁਹਾਡਾ ਸਾਲ 6 ਮਹੀਨੇ ਜਨੇਊ ਚੱਲਦਾ, ਫਿਰ ਟੁੱਟ ਜਾਂਦਾ ਹੈ। ਕਪਾਹ ਦਾ ਬਣਿਆ ਹੋਇਆ ਜਿਹੜਾ ਜਿੰਦ ਨੂੰ ਪਾ ਦਿੱਤਾ ਜਾਵੇ, ਸਬਰ ਸੰਤੋਖ ਦਾ ਜਨੇਊ, ਇਹ ਟੁੱਟਦਾ ਨਹੀਂ ਆ। ਨਾ ਇਹ ਟੁੱਟੇ, ਨਾ ਮਲ ਲੱਗੇ। ਬਾਹਰ ਮੈਲਾ ਹੋ ਜਾਂਦਾ, ਫਿਰ ਧੋਣਾ ਪੈਂਦਾ। ਸਾਡੇ ਗਾਤਰੇ ਨਹੀਂ ਮੈਲੇ ਹੋ ਜਾਂਦੇ, ਤਾਂ ਧੋਣੇ ਪੈਂਦੇ ਆ। ਨਾ ਇਹ ਟੁੱਟੇ, ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ। ਇਹ ਕਿਤੇ ਨਹੀਂ ਜਾਂਦਾ, ਇਹ ਜਲਦਾ ਹੀ ਨਹੀਂ ਗਾ। ਤੁਹਾਡਾ ਤੇ ਜਲ ਜਾਣਾ ਹੈ। ਜਿੱਦਣ ਸਰੀਰ ਨੂੰ ਜਾਲਿਆ ਨਾ, ਸਭ ਤੋਂ ਪਹਿਲਾਂ ਜਨੇਊ ਜਲਣਾ ਹੈ, ਕਿਉਂਕਿ ਉਹ ਸੂਤਰ ਦਾ ਬਣਿਆ। ਸੂਤਰ ਨੂੰ ਅੱਗ ਬੜੀ ਛੇਤੀ ਲੱਗਦੀ ਹੈ, ਹੱਡੀਆਂ ਨੂੰ ਇੰਨੀ ਛੇਤੀ ਅੱਗ ਨਹੀਂ ਲੱਗਦੀ, ਕੱਪੜਿਆਂ ਨੂੰ ਪਹਿਲਾਂ ਲੱਗਦੀ ਹੈ। ਹੈ ਤਾਂ ਪਾਂਡੇ ਘੱਤ ਫਿਰ ਪਾ, ਫਿਰ ਨਾ ਇਹ ਟੁੱਟੇ, ਨਾ ਮਲ ਲੱਗੇ, ਨਾ ਜਲੇ ਨਾ ਜਾਏ। ਤਨ ਸੁਮਾਨ ਸਨਾਨ ਕਾ, ਜੋ ਗੱਲ ਚੱਲੇ ਪਾਏ। ਉਹ ਮਨੁੱਖ ਧਨ ਨੇ ਜਿਹੜੇ ਜਨੇਊ ਪਾਉਂਦੇ ਨੇ। ਤਨ ਸੁਮਾਨ ਸਨਾਨ ਕਾ, ਜੋ ਗੱਲ ਚੱਲੇ ਪਾਏ। ਤੇ ਜਿਹੜਾ ਤੂੰ ਲਈ ਫਿਰਦਾ ਹੈ, ਚੌਕੜ ਮੁੱਲ ਅਣਾਇਆ, ਇਹ 4 ਕੌਡੀਆਂ ਦਾ ਜਨੇਊ ਲੈ ਕੇ ਤੂੰ ਤੁਰਿਆ ਫਿਰਦਾ ਹੈ। ਤੇ ਉਹ ਵੀ ਕਿਸੇ ਜਲਾਏ ਦੇ ਘਰ ਤੋਂ ਤੂੰ ਖਰੀਦ ਕੇ ਸੂਤਰ ਲਿਆਇਆ। ਤੇ ਉੱਚੀ ਗੱਲ ਦੇ ਤੂੰ ਖਰੀਦਿਆ, ਤੂੰ ਜਲਾਏ ਦੇ ਨੀਚ ਦੇ ਘਰੋਂ ਆ, ਤੇ ਗਲ 'ਚ ਪਾ ਕੇ ਤੂੰ ਉੱਚਾ ਕਿਵੇਂ ਹੋ ਸਕਦਾ ਹੈ? ਹਾਂਜੀ, ਚੌਕੜ ਮੁੱਲ ਅਣਾਇਆ, ਬਹਿ ਚੌਕੇ ਪਾਇਆ। ਪਹਿਲਾਂ ਚੌਕਾ ਪਵਿੱਤਰ ਕੀਤਾ, ਫਿਰ ਚੌਂਕੇ 'ਚ ਬਹਿ ਕੇ ਤੂੰ ਇਹ ਪਾ ਦਿੱਤਾ। ਸਿੱਖਾਂ ਕੰਨ ਚੜਾਈਆਂ, ਗੁਰ ਬ੍ਰਾਹਮਣ ਥੀਆ। ਮੁੜ ਕੇ ਉਹਦੇ ਕੰਨ ਚਾਹਤਾ, ਅੱਜ ਤੋਂ ਬਾਅਦ ਤੂੰ ਬ੍ਰਾਹਮਣ ਨੂੰ ਮੰਨਣਾ ਹੀ ਹੋ।
ਬ੍ਰਾਹਮਣ ਨੂੰ ਆਪਣੇ ਘਰ ਵਿੱਚ ਸੱਦਣਾ ਹੀ ਹੋ, ਤੇ ਬ੍ਰਾਹਮਣ ਨੂੰ ਦਾਨ ਦਸ਼ਨਾ ਦੇਣੀ ਹੋ, ਬ੍ਰਾਹਮਣ ਨੂੰ ਭੋਜਨ ਛਕਾਉਣਾ ਹੀ ਹੋ। ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੇ ਆ। ਉਹ ਮੁਆ ਚੜ ਪਿਆ ਵੇ ਤਾਂ ਗਾ ਗਿਆ ਮੱਲਾ ਪਹਿਲਾ। ਮਾਰ ਕਹਿੰਦੇ ਨਾ, ਜਿਹੜੀ ਗੱਲ ਫਿਰਕੇ ਪੈਦਾ ਕਰੇ, ਜਿਹੜੀ ਗੱਲ ਨਫ਼ਰਤ ਪੈਦਾ ਕਰੇ, ਜਿਹੜੀ ਗੱਲ ਹੰਕਾਰ ਪੈਦਾ ਕਰੇ, ਤੂੰ 3 ਧਾਗੇ ਪਾਏ ਨੇ, ਤੂੰ ਵੱਡਾ ਹੰਕਾਰੀ, ਮੇਰੇ ਗਲ ਵਿੱਚ 2 ਧਾਗੇ ਪਾ ਦੇਂਗਾ, ਮੈਂ ਛੋਟਾ ਹੰਕਾਰੀ। ਵੈਸ ਦੇ ਗਲ ਵਿੱਚ 1 ਵਾ, ਉਹ ਵੀ ਛੋਟਾ ਹੰਕਾਰੀ, ਤੇ ਸੂਦਰ ਦੇ ਗਲ ਵਿੱਚ 1 ਵੀ ਨਹੀਂ ਗਾ, ਉਹ ਨੀਚ ਹੈ। ਨਹੀਂ 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 ਨਹੀਂ। ਮਰ ਕਹਿੰਦੇ ਨਾ ਭਾਈ, ਅਸੀਂ ਇਹੋ ਜਿਹਾ ਕੋਈ ਬਾਹਰੀ ਕਰਮ ਧਰਮ ਨਹੀਂ ਜਿਹਦੇ ਨਾਲ ਕੋਈ ਫਿਰਕੇ ਪੈਦਾ, ਝਗੜੇ ਪੈਦਾ ਹੋਣ। ਤੇ ਮਹਾਰਾਜ ਕਿਰਪਾ ਕਰਨ, ਬ੍ਰਾਹਮਣ ਨੂੰ ਉਪਦੇਸ਼ ਦਿੱਤਾ ਸੀ। ਤੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਕਲ ਜਹਾਨ। ਗੁਰਮੁਖ ਹੋਏ ਸੋ ਭਾਉ ਕਰੇ। ਇਹ ਸਾਖੀ ਬ੍ਰਾਹਮਣ ਦੇ ਨਹੀਂ ਲੱਗਦੀ, ਅੱਜ ਸਾਖੀ ਸਾਡੇ ਤੇ ਲੱਗਦੀ ਹੈ। ਅਸੀਂ ਕਿਰਪਾਨਾਂ ਚੁੱਕੀ ਫਿਰਦੇ ਹਾਂ। ਸਾਡੇ ਕੋਲ ਦਇਆ ਹੈਗੀ ਆ, ਦਇਆ ਕਪਾਹ ਹੈਗੀ ਸਾਡੇ ਕੋਲ, ਸੰਤੋਖ ਸੂਤ ਹੈਗਾ ਸਾਡੇ ਕੋਲ, ਜਤ ਸਤ ਗੰਢੀ ਹਾਂਜੀ ਹੈਗਾ, ਉੱਚਾ ਆਚਰਨ ਹੈਗਾ। ਤੇ ਜੇ ਹੈ ਨਹੀਂ ਹੈਗਾ ਤੇ ਨਿਰਾ ਗਾਤਰੇ ਪਾ ਕੇ, ਨਿਰੀਆਂ ਕਿਰਪਾਨਾਂ ਪਾ ਕੇ ਅਸੀਂ ਕੀ ਕਰਾਂਗੇ ਫਿਰ? ਨਹੀਂ ਨਹੀਂ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ। ਧਰਮ ਦੀ ਆਧਾਰਸ਼ਿਲਾ ਦਇਆ ਹੈ, ਧਰਮ ਦੀ ਆਧਾਰਸ਼ਿਲਾ ਦਇਆ ਹੈ। ਤੇ ਧਰਮ ਚੱਲਦਾ ਸਾਧਾਂ ਦੇ ਆਸਰੇ ਤੇ। ਜਿਹੜੇ ਸਾਧ ਨੇ, ਸੰਗਤ ਹੈ, ਇਹ ਧਰਮ ਦੇ ਪੈਰ ਨੇ। ਚਾਰੇ ਪੈਰ ਧਰਮ ਦੇ, 4 ਵਰਨ 1 ਵਰਨ ਕਰਾਇਆ। ਮਹਾਰਾਜ ਕਿਰਪਾ ਕਰਨ ਅਸੀਂ ਵੀ ਬਾਹਰੀ ਧਰਮ ਨਾਲੋਂ ਅੰਦਰ ਦਾ ਧਰਮ ਕਮਾਈਏ। ਬੋਲ ਸੁਤਰਮਈਆ ਮੂਣ ਕਤ ਧਾਰੀ ਰਾਮ। ਮਹਾਰਾਜ ਕਿਰਪਾ ਕਰਨ ਅੱਗੇ ਵਾਲੇ ਸਮੇਂ 'ਚ ਫਿਰ ਜਿਸ ਤਰ੍ਹਾਂ ਮਹਾਰਾਜ ਦਇਆ ਕਰਨਗੇ। ਤਾਰਿਆ ਜਹਾਨ ਲਿਆ ਅਭਿਮਾਨ, ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਹਾ। ਜਿਨ੍ਹਾਂ ਨੇ ਸੰਗਤ ਵਿੱਚ ਬੈਠ ਕੇ ਗੁਰੂ ਨਾਨਕ ਨੂੰ ਧੰਨ ਧੰਨ ਕਿਹਾ। ਕਿਉਂਕਿ ਇੱਥੇ ਤੇ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਜਿੱਥੇ ਐਡੇ ਐਡੇ ਜੋਗੀ ਸਿੱਧ ਜਤੀ ਗੁਰੂ ਨਾਨਕ ਸਾਹਿਬ ਨੂੰ ਨਮਸਕਾਰਾਂ ਕਰ ਗਏ, ਧੰਨ ਕਹਿ ਕੇ, ਫਿਰ ਸਾਡਾ ਵੀ ਫਰਜ਼ ਬਣਦਾ ਹੈ ਕਿ ਬੈਠ ਕੇ ਉਹਨੂੰ ਧੰਨ ਧੰਨ ਕਹੀਏ। ਘਰ ਘਰ ਬਾਬਾ ਗਾਵੀਏ, ਵੱਜਣ ਤਾਲ ਮਰਦਾਂਗਰ ਬਾਬਾ। ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ। ਇਹ ਪਟਾਕਿਆਂ ਪਟੂਕਿਆਂ ਵਾਲਾ ਰਿਵਾਜ਼ ਬੜਾ ਮਾੜਾ ਚੱਲ ਗਿਆ ਗੁਰਪੁਰਬਾਂ ਦੇ ਉੱਤੇ ਭਾਈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਗੁਰਦੁਆਰੇ ਬੈਠ ਕੇ ਆਸਾ ਦੀ ਵਾਰ ਲਾਓ, ਸਿਮਰਨ ਕਰੋ। ਇਹ ਗੁਰਪੁਰਬ ਮਨਾਉਣ ਦਾ ਤਰੀਕਾ। ਸੜਕਾਂ 'ਤੇ ਫਿਰ ਕੇ ਇੱਦਾਂ ਗੁਰਪੁਰਬ ਨਹੀਂ ਮਨਾਏ ਜਾਂਦੇ। ਇਹ ਤਾਂ ਇੱਕ ਮਨ ਪਰਚਾਵੇ ਵਾਲੀਆਂ ਗੱਲਾਂ ਨੇ, ਅਤੇ ਲੋਕ ਮਨ ਪਰਚਾਵੇ ਹੀ ਕਰਦੇ ਨੇ। ਰੱਬ ਖੈਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।